ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਣ ਹਾਰਾ। ਚਾਰਨ ਧੂੜਾ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕਉ ਬਲਹਾਰਾ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ। ਇਹ ਪਾਪਾਂ ਦੇ ਪੁੰਨਾਂ ਤੋਂ ਬਰੇ ਵਿਆਪਕ ਸਰੂਪ, ਨਾਸ਼ ਰਹਿਤ ਚੇਤਨ ਸਰੂਪ, हे ਪਾਰ ਬ੍ਰਹਮ ਪਰਮੇਸ਼ਰ ਸਰੂਪ ਸਤਿਗੁਰੂ ਜੀ। ਆਪੇ ਕਰਣ ਹਾਰਾ। ਤੂੰ ਆਪ ਹੀ ਸਭ ਕੁਝ ਕਰਨ ਵਾਲਾ ਹੈ। ਚਾਰਨ ਧੂੜਾ ਤੇਰੀ ਸੇਵਕ ਮੰਗੈ, ਮੈਂ ਸੇਵਕ ਤੇਰੇ ਚਰਨਾਂ ਦੀ ਧੂੜੀ ਮੰਗਦਾ ਹਾਂ। ਤੇਰੇ ਦਰਸ਼ਨ ਕਉ ਬਲਹਾਰਾ। ਹਰ ਤੇਰੇ ਦਰਸ਼ਨਾਂ ਦੇ ਤਾਈਂ ਬਲਿਹਾਰ ਕੁਰਬਾਨ ਜਾਂਦਾ ਹੈ ਵਾਹਿਗੁਰੂ। ਮੇਰੇ ਰਾਮ ਰਾਏ, हे ਮੇਰੇ ਰਾਜਾ ਸਰੂਪ ਪਰਮੇਸ਼ਰ, ਜਿਉ ਰਾਖਾ ਤਿਉ ਰਹੀਐ। ਜਿਵੇਂ ਤੂੰ ਰੱਖੇਂਗਾ ਤਿਵੇਂ ਅਸੀਂ ਰਹਿਣਾ ਕਰਾਂਗੇ। ਤੁਧ ਪਾਵੈ ਤਾਂ ਨਾਮ ਜਪਾਵਹਿ। ਜਿਹਨੂੰ ਭਾ ਜਾਵੇ ਜਾਂ ਸਾਡੀ ਸ਼ਰਧਾ ਤੈਨੂੰ ਭਾ ਜਾਵੇ ਤਾਂ ਆਪਣਾ ਅੰਮ੍ਰਿਤ ਨਾਮ ਤੂੰ ਜਪਾਉਂਦਾ ਹੈ। ਸੁਖ ਤੇਰਾ ਦਿੱਤਾ ਲਹੀਐ। ਹਰ ਤੇਰਾ ਹੀ ਦਿੱਤਾ ਹੋਇਆ ਆਤਮਕ ਆਨੰਦ ਰੂਪ ਸੁਖ ਅਸੀਂ ਪ੍ਰਾਪਤ ਕਰਦੇ ਹਾਂ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਭੁਗਤਾ ਭੁਗਤਾ ਜੁਗਤ ਤੇਰੀ ਸੇਵਾ। ਮੁਕਤੀ ਭੋਜਨ ਪਦਾਰਥਾਂ ਆਦਿਕ ਦੀ ਜੁਗਤੀ ਅਤੇ ਜੋ ਤੇਰੀ ਸੇਵਾ ਹੈ ਇਹਦੇ ਵਿੱਚ ਹੀ ਸਾਡੇ ਲਈ ਮੁਕਤੀ ਹੈ। ਇਹੀ ਭੋਜਨ ਪਦਾਰਥਾਂ ਦੀ ਜੁਗਤੀ ਹੈ। ਇਹੀ ਮਹਾਰਾਜ ਸੋ ਭੋਜਨ ਪਦਾਰਥ ਆਦਿਕ ਹਨ। ਤੇਰੀ ਸੇਵਾ ਦੇ ਵਿੱਚ ਹੀ ਸਾਨੂੰ ਸਾਰਾ ਕੁਝ ਪ੍ਰਾਪਤ ਹੋਇਆ ਹੈ। ਜੇ ਆਪਾਂ ਘਰ ਹੁੰਦੇ ਤਾਂ ਦੁਨੀਆ ਵਾਂਗ ਭੁੱਖੇ ਮਰਨਾ ਸੀਗਾ। ਜਿਸ ਤਰ੍ਹਾਂ ਲੋਕ ਕਿਸੇ ਦੀ 1 ਲੱਖ ਰੁਪਈਆ ਵੀ ਤਨਖਾਹ ਹੈ, ਮਾफ़ ਕਰਨਾ, ਉਹਨੂੰ ਵੀ ਕਿਤੇ ਪੁੱਛ ਕੇ ਵੇਖ ਲਿਓ,
ਉਹ ਵੀ ਕਹੂਗਾ ਕਿ ਬੁਰਾ ਹਾਲ ਹੈ। ਕਰੋੜਾਂ ਦਾ ਸਮਾਨ ਵਪਾਰੀ ਦਾ ਸ਼ੋਅਰੂਮ ਦੇ ਵਿੱਚ ਰੋਲ ਰਿਹਾ, ਕੋਈ ਲੈਣ ਵਾਲਾ ਨਹੀਂ। ਸਭ ਦੁਨੀਆ ਵਿਹਲੀ ਬੈਠੀ ਸਰਕਾਰ ਨੂੰ ਬੁਰਾ ਭਲਾ ਕਹਿ ਰਹੀ ਹੈ, ਸਾਡੀ ਸਰਕਾਰ ਜਿੰਦਾਬਾਦ। ਹੋਰ ਨਹੀਂ ਕੁਛ, ਰੋਟੀ ਤਾਂ ਹੈ ਹੀ ਆ, ਮਨ ਦੀ ਖੁਸ਼ੀ ਤਾਂ ਹੈ ਹੀ ਆ ਨਾ, ਗੱਤਕਾ ਤਾਂ ਹੈਗਾ ਹੀ ਆ। ਛਾਲਾਂ ਮਾਰੋ, ਜਕਾਰੇ ਛੱਡੋ, ਨਗਾਰਾ ਖੜਕਾਓ, ਨਿਸ਼ਾਨ ਸਾਹਿਬ ਜਿੰਦਾਬਾਦ। ਅੱਧੀ ਰਾਤ 12 ਵਜੇ ਹੀ ਸੰਗਤਾਂ ਜਕਾਰੇ ਛੱਡਣ ਲੱਗ ਪੈਂਦੀਆਂ, ਜਿਵੇਂ ਦੁਨੀਆ ਦੀ ਕੋਈ ਪਰਵਾਹ ਨਾ ਹੋਵੇ। ਦੁਨੀਆ ਦੀਆਂ ਸਾਰੀਆਂ ਅੰਬੈਸੀਆਂ ਬੰਦ ਪਈਆਂ ਨੇ, ਜਿੱਥੇ ਮਰਜ਼ੀ ਜਾ ਕੇ ਵੇਖ ਲਓ, ਜਿੱਥੇ ਉਹਨਾਂ ਦੇ ਨਿਸ਼ਾਨ ਝੂਲਦੇ ਨੇ ਸਭ ਕੁਝ ਬੰਦ ਹੈ। ਪਰ ਇੱਥੇ ਵੇਖੋ, ਮਹਾਰਾਜ ਦਾ ਘਰ ਨਿਸ਼ਾਨ ਸਾਹਿਬ ਇਹ ਜਿੰਦਾਬਾਦ। ਦਿਨ ਰਾਤ ਸਗਨ ਦਾ ਆਨੰਦ ਮਾਣਦੀਆਂ ਨੇ, ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਸ ਲਈ ਮਹਾਰਾਜ, ਜਿਹੜੀ ਤੇਰੀ ਸੇਵਾ ਹੈ ਇਹਦੇ 'ਚ ਹੀ ਸਾਨੂੰ ਮੁਕਤੀ ਹੈ, ਇਹਦੇ 'ਚ ਹੀ ਭੋਜਨ ਪਦਾਰਥ ਹੈ। ਮੈਂ ਇੰਗਲੈਂਡ ਗਿਆ ਪਹਿਲੀ ਵਾਰ, ਗੁਰਦੁਆਰਾ ਗੁਰੂ ਨਾਨਕ ਹੌਲੀ ਬੌਂਸ, ਉੱਥੋਂ ਦੀ ਬਾਤ ਹੈ। ਰਾਤ ਦੇ 10 ਵਜੇ ਦਾ ਸਮਾਂ, ਮੈਨੂੰ ਪਤਾ ਨਹੀਂ ਸੀਗਾ। ਮੈਂ ਸੁਤੇ ਸਿੱਧੀ ਪੁੱਛ ਬੈਠਾ ਮੁੰਡਿਆਂ ਨੂੰ, ਬੜੇ ਬੜੇ ਬਰਤਨ ਜੋ ਲੰਗਰ ਦੇ ਵਿੱਚ ਬਹੁਤੀ ਸੰਗਤ ਵਾਸਤੇ ਭੋਜਨ ਬਣਾਉਣ ਲਈ ਵਰਤੇ ਜਾਂਦੇ ਨੇ, ਅਤੇ ਉਹਨਾਂ ਜਿਸ ਤਰ੍ਹਾਂ ਘੋਲ ਕਬੱਡੀ ਕਰੀਦੀ ਹੈ, ਇਸ ਤਰ੍ਹਾਂ ਭਲਵਾਨਾਂ ਵਾਂਗ ਬਰਤਨਾਂ ਨਾਲ ਘੋਲਣਾ, ਮਤਲਬ ਹਿੱਲਣੇ ਨਾ, ਜ਼ੋਰ ਦੇ ਨਾਲ ਉਹਨਾਂ ਨੇ ਬੜੇ ਘੋਲ ਕਰਕੇ ਸਭ ਉਹਨਾਂ ਦਾ ਕੱਪੜ ਤਿੰਗੜ ਗਿੱਲਾ ਹੋਇਆ ਹੋਣਾ, ਸਾਰੇ ਭਾਂਡੇ ਮਾਂਜ ਕੇ ਧੋ ਕੇ ਅਤੇ ਫਿਰ ਜਾਣਾ। ਅਤੇ ਜਾਂਦੀ ਬਾਕੀ ਉਹਨਾਂ ਨੇ ਕੁਝ ਕੁ ਪ੍ਰਸ਼ਾਦੇ ਲੰਗਰ ਵਿੱਚੋਂ ਲਿਫਾਫੇ 'ਚ ਪਾਏ, ਬਿਨਾਂ ਹੀ ਕੱਪੜੇ ਤੋਂ। ਮੈਨੂੰ ਪਤਾ ਨਹੀਂ ਸੀ, ਮੈਂ ਪੁੱਛ ਬੈਠਾ, ਮੈਂ ਕਿਹਾ ਵੀ ਲੰਗਰ ਤਾਂ ਤੁਸੀਂ ਛਕ ਲਿਆ, ਇਹ ਪ੍ਰਸ਼ਾਦੇ ਕੀ ਕਰਨੇ ਨੇ? ਕਹਿੰਦੇ ਵੀ ਇੱਥੇ ਵੀ ਤਾਂ ਵੇਸਟ ਹੀ ਨੇ। ਮੈਂ ਕਿਹਾ ਜੀ ਹਾਂ, ਜੋ ਰਾਤ ਰਹਿ ਗਿਆ ਸਵੇਰੇ ਤਾਂ ਕਿਸੇ ਖਾਣਾ ਨਹੀਂ, ਇਹ ਤਾਂ ਵਿਆਹ ਹੋ ਗਿਆ, ਬਾਸੀ ਹੋ ਗਿਆ, ਇਹ ਤਾਂ ਵੇਸਟ ਹੀ ਆ ਸਾਡੇ ਲਈ। ਕਹਿੰਦੇ ਇੱਥੇ ਆਪਾਂ ਸੁੱਟ ਵੀ ਨਹੀਂ ਸਕਦੇ। ਮੈਂ ਕਿਹਾ ਜੀ ਹਾਂ, ਕੋਈ ਕੁੱਤਾ ਬਿੱਲਾ ਨਹੀਂ, ਕੋਈ ਪਸ਼ੂ ਪੰਛੀ ਨਹੀਂ ਜਿਹਨੂੰ ਆਪਾਂ ਪਾ ਸਕਦੇ ਹਾਂ। ਉਹ ਮਸ਼ੀਨ 'ਚ ਪਾ ਕੇ ਅਤੇ ਪਾਣੀ ਪਾ ਕੇ ਨਾਲੀ 'ਚ ਹੀ ਰੋੜਨੇ ਪੈਂਦੇ ਨੇ। ਕਹਿੰਦੇ ਇਸ ਲਈ ਆਪਾਂ ਜਿੱਥੇ ਨੌਕਰੀ ਕਰਦੇ ਹਾਂ ਉੱਥੇ ਜਾ ਕੇ ਪੰਛੀਆਂ ਨੂੰ ਪਾਵਾਂਗੇ। ਉਹ ਮੈਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹ ਮੁੰਡੇ ਸਵੇਰੇ ਇਹੀ ਗਰਮ ਕਰਕੇ ਛਕਣਗੇ ਅਤੇ ਆਪ ਦੇ ਛਕਣ ਵਾਸਤੇ ਦੁਪਹਿਰ ਦਾ ਭੋਜਨ ਵੀ ਇਹੀ ਗੁਰੂ ਮਹਾਰਾਜ ਦੇ ਪਾਸੋਂ ਹੀ ਲੈ ਕੇ ਜਾ ਰਹੇ ਨੇ। ਰਾਤ ਨੂੰ ਫਿਰ ਬਰਤਨਾਂ ਦੀ ਸੇਵਾ ਕਰਕੇ। ਅਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਤੱਖ ਵੀ ਸਾਨੂੰ ਤੇਰਾ ਹੀ ਆਸਰਾ ਹੈ। ਇਹ ਮਹਾਰਾਜ ਤੇਰੀ ਸੇਵਾ ਦੇ ਵਿੱਚੋਂ ਹੀ ਆਪਾਂ ਨੇ ਸਭ ਕੁਝ ਪ੍ਰਾਪਤ ਕੀਤਾ ਹੈ। ਜੋ ਵੀ ਵਿਦਿਆ ਹੈ, ਲਿਆਕਤ ਹੈ, ਜੋ ਵੀ ਜੀਵਨ ਦੀਆਂ ਲੋੜਾਂ ਨੇ, ਇਹ ਸਭ ਤੂੰ ਆਪ ਕਿਰਪਾ ਕਰਕੇ ਪੂਰੀਆਂ ਕੀਤੀਆਂ ਨੇ। ਮਰਨ ਤੋਂ ਬਾਅਦ ਗੁਰੂ ਕੀ ਬਾਣੀ ਦਾ ਇਲਾਭ ਹੈ ਕਿ ਮੁਕਤੀ ਵੀ ਬਖਸ਼ਿਸ਼ ਕਰਦੀ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਦੇ ਵਿੱਚੋਂ ਹੀ ਮੁਕਤੀ ਹੈ। ਭੁਗਤ ਭੋਜਨ ਪਦਾਰਥ ਜੋ ਵੀ ਅਸੀਂ ਖਾਂਦੇ ਪੀਂਦੇ ਹਾਂ, ਘਰ ਬਾਰ ਅੰਦਰ, ਇਹ ਸਭ ਤੇਰੀ ਹੀ ਬਖਸ਼ਿਸ਼ ਹੈ। ਤੇਰੀ ਸੇਵਾ ਦੇ ਵਿੱਚ ਹੀ ਸਭ ਕੁਝ ਹੈ ਮਹਾਰਾਜ ਸੱਚੇ ਪਾਤਸ਼ਾਹ। ਆ ਮੈਂ ਕਰਤਾਰਪੁਰ ਗਿਆ, ਮੇਰਾ ਬਾਣਾ ਵੇਖ ਕੇ ਅਤੇ ਉਹ ਟਾਰਗੇਟ ਜਿਹਾ ਬਣ ਗਿਆ, ਕਿਉਂਕਿ ਮੈਂ ਇਕੱਲਾ ਹੀ ਸੀਗਾ ਝੋਲੇ ਵਾਲਾ। ਉਹ ਇੱਕ ਮੁਸਲਮਾਨ ਬਜ਼ੁਰਗ, 2 ਜੋੜਾ
ਦੋਵੇਂ ਹੀ ਇੰਨੇ ਪਿਆਰ ਵਾਲੇ ਹੈ ਤਾਂ ਸਾਰੇ ਹੀ, ਕੋਈ ਇੰਨੇ ਪਿੱਛੇ ਪਏ। ਕਹਿੰਦੇ ਚਲੋ ਤੁਹਾਨੂੰ ਹੋਟਲ ਦੇ ਵਿੱਚ ਦੁਪਹਿਰ ਦਾ ਭੋਜਨ ਕਰਾਉਂਦੇ ਆ। ਮੈਂ ਬੇਨਤੀ ਕੀਤੀ ਸਿਰਫ ਬਾਣਾ ਵੇਖ ਕੇ, ਮਹਾਰਾਜ ਦਾ ਨਾਮ ਵੇਖ ਕੇ। ਕਹਿੰਦੇ ਤੁਸੀਂ ਸਾਡੇ ਪ੍ਰਾਹੁਣੇ ਹੋ ਅਤੇ ਗੁਰਦੁਆਰੇ ਤੋਂ ਬਾਹਰ ਚੱਲੋ, ਆਪਾਂ ਹੋਟਲ 'ਚ ਬਹਿ ਕੇ ਰੋਟੀ ਖਾਂਦੇ ਆ। 5 ਮਿੰਟ ਸਿਰਫ ਵਚਨ ਕੀਤੇ। ਮੈਂ ਕਿਹਾ ਜੀ ਨਹੀਂ, ਆਪਾਂ ਇੱਥੋਂ ਬਾਹਰ ਨਹੀਂ ਜਾ ਸਕਦੇ। ਬਾਕੀ ਭੋਜਨ ਘਰੋਂ ਛਕਿਆ ਅਤੇ ਹੁਣ ਗੁਰੂ ਕੇ ਲੰਗਰ ਦੇ ਵਿੱਚ ਚੜ੍ਹਦੀ ਕਲਾ ਹੈ। ਉਹਨੇ ਇੰਨਾ ਜ਼ੋਰ ਲਾਇਆ, ਕਹਿੰਦੇ ਚਾਹ ਦਾ ਪਿਆਲਾ ਹੀ ਹੋ ਜਾਏ। ਉਹ ਨਾ ਜਾਣਨ ਨਾ ਬੁੱਝਣ, ਨਾਮ ਕਿਸ ਦਾ? ਮਹਾਰਾਜ ਸੱਚੇ ਪਾਤਸ਼ਾਹ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਸੋ ਇਹਦੀ ਬਾਣੀ ਅਤੇ ਇਹਦੇ ਬਾਣੀ ਨੂੰ ਸਲਾਮ ਹੈ। ਅਸੀਂ ਖੁਦ ਆਪ ਵੀ ਮੰਨਦੇ ਹਾਂ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇਰੀ ਸੇਵਾ ਦੇ ਵਿੱਚ ਸਾਨੂੰ ਸਭ ਕੁਝ ਪ੍ਰਾਪਤ ਹੋਇਆ ਹੈ ਅਤੇ ਪ੍ਰਾਪਤ ਹੋ ਰਿਹਾ ਹੈ। ਕਈ ਵਾਰ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਸਾਡੀ ਮਿਹਨਤ ਹੈ ਜਾਂ ਅਸੀਂ ਕਿਤੋਂ ਹੋਰ ਆਪਦੀ ਮਿਹਨਤ ਨਾਲ ਕੁਝ ਹੋਰ ਵੱਧ ਕਰ ਸਕਦੇ ਹਾਂ, ਪਰ ਬਿਲਕੁਲ ਨਹੀਂ। ਇਹ ਮਨ ਦਾ ਭੁਲੇਖਾ ਹੈ। ਗੁਰਬਾਣੀ ਦੇ ਵਿੱਚ ਹੀ ਮੁਕਤੀ ਹੈ। ਜਿਸ ਤੂੰ ਆਪ ਕਰਾਏ, ਪਰ ਸੇਵਾ ਉਹ ਬੰਦਾ ਕਰਦਾ ਹੈ ਜਿਹਦੇ ਪਾਸੋਂ ਤੂੰ ਆਪ ਸੇਵਾ ਕਰਵਾਉਂਦਾ ਹੈ। ਤਾਹਾਂ ਬੈਕੁੰਠਾ ਜਹ ਕੀਰਤਨ ਤੇਰਾ। ਜਿੱਥੇ ਜਿੱਥੇ ਵੀ ਮੈਂ ਵਿਦੇਸ਼ਾਂ ਦੇ ਵਿੱਚ ਗਿਆ, ਗੁਰੂ ਘਰ ਦੇ ਜਿਹੜੇ ਮੁੱਖ ਸੇਵਾਦਾਰ ਪ੍ਰਧਾਨ ਜੀ ਹੁੰਦੇ, ਉਹਨਾਂ ਦੀ ਪ੍ਰਧਾਨ ਮੰਤਰੀ ਜਿੰਨੀ ਪਾਵਰ ਉਹਨਾਂ ਦੇ ਦੇਸ਼ਾਂ ਦੇ ਵਿੱਚ ਮੰਨੀ ਜਾਂਦੀ ਹੈ। ਜਾਣ ਦੀ ਬਜਾਏ ਕਿਸੇ ਨੂੰ ਫੋਨ ਹੀ ਮਾਰ ਦੇਣ ਕਿਤੇ ਵੀ ਸਰਕਾਰੀ ਦਰਬਾਰੇ, ਕੋਈ ਵੀ ਨਾ ਨਹੀਂ ਕਰਦਾ। ਇੰਨੀ ਪਾਵਰ ਹੈ ਇਸ ਗੁਰੂ ਘਰ ਦੇ ਵਿੱਚ ਵੀ। ਮਹਾਰਾਜ ਸਾਹਿਬ ਦੀ ਅਥਾਹ ਬੇਅੰਤ ਕਿਰਪਾ ਹੈ। ਤੋ ਇਹ ਸੇਵਾ ਦਾ ਫਲ ਹੈ। ਮਹਾਰਾਜ ਕਹਿੰਦੇ ਸੇਵਾ ਉਹ ਕਰਦਾ ਜਿਹਦੇ ਪਾਸੋਂ ਤੂੰ ਆਪ ਕਰਵਾਉਂਦਾ ਹੈ। ਸੋ ਨਹੀਂ ਤਾਂ ਤੇਰੀ ਸੇਵਾ ਤੁਝ 'ਤੇ ਹੋਵੇ ਔਰ ਨਾ ਦੂਜਾ ਕਰਤਾ। ਸੋ ਜਿਹਨੂੰ ਤੂੰ ਕਰਾਉਂਦਾ ਉਹੀ ਕਰ ਸਕਦਾ ਹੈ। ਤਾਹਾਂ ਬੈਕੁੰਠਾ ਜਹ ਕੀਰਤਨ ਤੇਰਾ। ਇਹ ਮਹਾਰਾਜ ਜਿੱਥੇ ਤੇਰਾ ਕੀਰਤਨ ਹੁੰਦਾ ਹੈ ਉੱਥੇ ਹੀ ਸੱਚਖੰਡ ਬਣ ਜਾਂਦਾ ਹੈ। ਤੂੰ ਆਪੇ ਸਰਦਾ ਲਾਏ, ਤੂੰ ਆਪ ਹੀ ਜਗਿਆਸੂ ਅਧਿਕਾਰੀਆਂ ਦੇ ਹਿਰਦੇ ਅੰਦਰ ਸ਼ਰਧਾ ਲਾਉਣਾ ਕਰਦਾ ਹੈ। ਇਹ ਵਾਹਿਗੁਰੂ। ਸੋ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੀਤੀ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ, ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤੀ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਬਤ ਮਾਤਾ ਸੁਲੱਖਣੀ ਜੀ ਨੇ ਸਾਹਿਬਾਂ ਨੂੰ ਸਿਫਾਰਿਸ਼ ਪਾਈ ਕਿ ਗੁਰੂ ਸਾਹਿਬ ਇਹ ਕਿਸੇ ਵੱਡੇ ਅਮੀਰ ਘਰ ਦਾ ਪੁਰਖ ਹੈ, ਤੁਸੀਂ ਇਹਦਾ ਸੋਹਣਾ ਪੋਸ਼ਾਕਾ ਚਿੱਕੜ ਦੀ ਪੰਡ ਚੁਕਾ ਕੇ ਖਰਾਬ ਕਰ ਦਿੱਤਾ, ਗੰਦਾ ਕਰ ਦਿੱਤਾ। ਚਿੱਕੜ 'ਚ ਛਾਲ ਮਰਵਾ ਕੇ ਅਤੇ ਤੁਸੀਂ ਪੋਸ਼ਾਕੇ ਨੂੰ ਗੰਦਾ ਕਰ ਦਿੱਤਾ। ਲੋਟੇ ਦਾ ਕੀ ਸੀਗਾ, ਜਾਂ ਚਿੱਕੜ ਦੀ ਪੰਡ ਆਪਾਂ ਕੀ ਕਰਨੀ ਸੀ। ਇਹ ਵਿਚਾਰਾ ਸ਼ਰਧਾਲੂ ਹੈ, ਤੁਸੀਂ ਇਹਦੇ ਬਸਤਰ ਗੰਦੇ ਕਰਦੇ ਹੋ। ਸਤਿਗੁਰੂ ਜੀ ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ। ਇਹ ਸੁਲੱਖਣੀ ਇਹਨੇ ਚਿੱਕੜ 'ਚੋਂ ਲੋਟਾ ਨਹੀਂ ਕੱਢਿਆ, ਸਭ ਦੁਨੀਆ ਨੂੰ ਵਿਸ਼ਿਆਂ ਵਿਕਾਰਾਂ ਦੇ ਚਿੱਕੜ ਵਿੱਚੋਂ ਕੱਢ ਲਿਆ ਹੈ। ਚਿੱਕੜ ਦੀ ਪੰਡ ਚੁਕਾ ਕੇ ਇਹਦੇ ਬਸਤਰ ਮੈਂ ਗੰਦੇ ਨਹੀਂ ਕੀਤੇ। ਇਹ ਕੇਸਰ ਅਤੇ ਚੰਦਨ ਛਿੜਕਿਆ ਹੋਇਆ ਹੈ। ਸੱਚਮੁੱਚ ਹੀ ਮਹਾਰਾਜ ਕਹਿੰਦੇ ਵੀ ਸੰਸਾਰ ਦੀ ਪੰਡ ਦੇ ਸਿਰ 'ਤੇ ਚੁਕਾਈ ਹੈ। ਵੇਖਿਆ ਪੰਡ ਚੁਕਾ ਕੇ ਕਿ ਝੱਲ ਸਕਦਾ ਹੈ, ਕਿਹੜਾ ਝੱਲੇ, ਗੁਰੂ ਦੀ ਝੱਲ ਹੈ। ਤੋ ਸੇਵਾ ਕਰਾ ਕੇ ਜੀਵਨ ਪਰਪਾ ਕੀਤਾ। ਕਹੋ ਨਾਨਕ ਅਜਰ ਜਿਨ ਜਰਿਆ ਤਿਸੀ ਹੀ ਕੋ ਬਨਿਆਵਤ। ਫਿਰ ਗੁਰੂ ਸਾਹਿਬ ਬਣਾਏ। ਸ੍ਰੀ ਗੁਰੂ ਅਮਰਦਾਸ ਜੀ ਨੂੰ ਜਲਾਈ ਨੇ ਪੁੱਠਾ ਨਾਮ ਲਿਆ, ਛੋਟਾ ਨਾਮ 3 ਅੱਖਰਾਂ ਵਾਲਾ।
ਮਹਾਰਾਜ ਦਾ ਨਾਮ 5 ਅੱਖਰਾਂ ਵਾਲਾ ਹੈ, ਸ੍ਰੀ ਗੁਰੂ ਅਮਰਦਾਸ ਜੀ। ਉਹਨੇ 3 ਅੱਖਰ ਪਹਿਲੇ ਬੋਲੇ ਅਤੇ ਨਾਲ ਨਿਥਾਵਾਂ ਵੱਢ ਲਾਇਆ। ਗੁਰੂ ਸਾਹਿਬ ਕਹਿਣ ਲੱਗੇ, ਕਮਲੀਏ, ਸਾਡੇ ਨਿਥਾਵਿਆਂ ਦੇ ਥਾਮ ਸ੍ਰੀ ਗੁਰੂ ਅੰਗਦ ਦੇਵ ਜੀ ਹਨ। ਉਸੇ ਵਕਤ ਉਹ ਕਮਲੀ ਹੋ ਗਈ। ਜਦ ਉਹ ਕਮਲੀ ਜਲਾਈ ਨੂੰ ਜਲਾਹਾ ਲੈ ਕੇ ਬਖਸ਼ਾਉਣ ਆਇਆ ਤਾਂ ਗੁਰੂ ਅੰਗਦ ਦੇਵ ਜੀ ਨੂੰ ਪਤਾ ਚੱਲਿਆ ਕਿ ਅੰਮ੍ਰਿਤ ਵੇਲੇ ਆਹ ਭਾਣਾ ਵਾਪਰਿਆ ਹੈ। ਮਹਾਰਾਜ ਕਹਿੰਦੇ, ਘਰ ਛੱਡ ਦਿਓ, ਇੱਥੇ ਗੁਰਦੁਆਰਾ ਬਣੇਗਾ ਤਾਂ ਤੇਰੀ ਜਨਾਨੀ ਸਹੀ ਹੋਊਗੀ। ਜੇ ਇਸੇ ਘਰ 'ਚ ਰਹੋਗੇ ਫਿਰ ਇਹ ਕਮਲੀ ਰਹੇਗੀ। ਉਹਨਾਂ ਘਰ ਛੱਡ ਦਿੱਤਾ ਹੈ। ਉੱਥੇ ਗੁਰਦੁਆਰਾ ਖੱਡੀ ਸਾਹਿਬ ਹੈ। ਫਿਰ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ 'ਤੇ 12 ਸਾਲਾਂ ਬਾਅਦ ਬਖਸ਼ਿਸ਼ ਕੀਤੀ। ਵੇਖੋ ਗੁਰੂ ਸਾਹਿਬ ਬਣਾਇਆ ਅਤੇ ਕਿੰਨਾ ਲੰਗਰ ਅੱਜ ਤੱਕ ਉਸੇ ਤਰ੍ਹਾਂ ਚੱਲ ਰਿਹਾ। ਇਹ ਸਭ ਸੇਵਾ ਦੀਆਂ ਬਖਸ਼ਿਸ਼ਾਂ ਨੇ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਲਈ। ਜਿਹੜੇ ਸਰੀਕੇ ਵਾਲੇ ਸੀਗੇ ਉਹਨਾਂ ਆ ਕੇ ਬੋਲੀਆਂ ਮਾਰੀਆਂ ਕਿ ਤੂੰ ਕਿੱਥੇ ਆ ਕੇ ਆਪਦੀ ਇੱਜ਼ਤ ਵੀ ਨਹੀਂ ਵੇਖ ਰਿਹਾ, ਅਸੀਂ ਉੱਚੇ ਘਰਾਂ ਦੇ ਮਾਲਕ ਹਾਂ ਅਤੇ ਤੂੰ ਕਿੱਥੇ ਆਪਣੇ ਵਸਤਰ ਖਰਾਬ ਕਰ ਰਿਹਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਜਿਹੜਾ ਮੈਨੂੰ ਸੁੱਖ, ਮੈਨੂੰ ਸ਼ਾਂਤੀ ਇਸ ਘਰ ਦੇ ਵਿੱਚ ਮਿਲਦੀ ਹੈ, ਤੁਸੀਂ ਕੀ ਜਾਣੋ। ਮਹਾਰਾਜ ਜੀ ਨੇ ਪੰਕਤੀਆਂ ਉਚਾਰੀਆਂ, ਜੋ ਹਮਰੀ ਮਿਦ ਹੋਤੀ ਮੇਰੇ ਸਤਿਗੁਰ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਭੂਸ਼ਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੁੰਡਿਆਂ ਵਾਂਗ ਆਪਾਂ ਵੀ ਨਸ਼ਿਆਂ ਪੱਤਿਆਂ 'ਚ ਰੁਲ ਜਾਣਾ ਸੀਗਾ, ਪੁੱਠੇ ਕੰਮਾਂ 'ਚ ਬਰਬਾਦ ਹੋ ਜਾਣਾ ਸੀ। ਪਰ ਗੁਰੂ ਸਾਹਿਬ ਦੀ ਕਿਰਪਾ ਹੋਈ, ਸੰਗਤ ਦੇ ਦਰਸ਼ਨ ਕਰਾਏ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਅਸੀਂ ਕੀੜੇ ਗੁਰੂ ਦੀ ਸੰਗਤ ਦੇ ਨਾਲ ਉੱਚੀ ਜਗ੍ਹਾ ਸਥਾਪਨ ਕੀਤੇ ਗਏ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹਨ, ਧੰਨ ਹਨ, ਜਿਨ੍ਹਾਂ ਨਾਲ ਮਿਲਣ ਤੋਂ ਸਾਰੇ ਸੋਗ ਅਫਸੋਸ ਅਤੇ ਸੰਤਾਪ ਚੁੱਕ ਜਾਂਦੇ, ਦੂਰ ਹੋ ਜਾਂਦੇ ਨੇ। ਇਸ ਲਈ ਤਾਹਾਂ ਬੈਕੁੰਠ ਜੈ ਕੀਰਤਨ ਦੇਰਾ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਇਹ ਮਹਾਰਾਜ ਤੇਰੀ ਸੇਵਾ ਦੇ ਵਿੱਚ ਹੀ ਮੁਕਤੀ ਹੈ। ਜਿੰਨੇ ਵੀ ਭੋਗ ਪਦਾਰਥ ਭੋਜਨ ਆਦਿਕ ਤੇਰੀ ਸੇਵਾ ਤੋਂ ਹੀ ਸਾਨੂੰ ਪ੍ਰਾਪਤ ਹੋ ਰਹੇ ਨੇ ਅਤੇ ਤੇਰੀ ਸੇਵਾ ਦੇ ਵਿੱਚ ਹੀ ਸਭ ਕੁਛ ਹੈ। ਜਿਹਦੇ ਕੋ ਕਰਾਉਣਾ ਉਹੀ ਕਰ ਸਕਦਾ। ਜਿੱਥੇ ਤੇਰਾ ਕੀਰਤਨ ਹੁੰਦਾ ਸੰਗਤ 'ਚ, ਉੱਥੇ ਸੱਚਖੰਡ ਬਣ ਜਾਂਦਾ ਹੈ। ਤੂੰ ਆਪ ਹੀ ਸੇਵਾ ਦੇ ਵਿੱਚ, ਕੀਰਤਨ ਦੇ ਵਿੱਚ, ਕਥਾ ਦੇ ਵਿੱਚ, ਸਿਮਰਨ ਦੇ ਵਿੱਚ ਗੁਰਸਿੱਖ ਅਧਿਕਾਰੀਆਂ ਜਗਿਆਸੂਆਂ ਦੀ ਹਿਰਦੇ ਅੰਦਰੋਂ ਸ਼ਰਧਾ ਲਾਉਣਾ ਕਰਦਾ ਹੈ, ਨਹੀਂ ਤਾਂ ਦਿਲ ਹੀ ਨਹੀਂ ਲੱਗਦਾ। ਇਹ ਤੇਰੀ ਕਿਰਪਾ ਹੈ। ਸੰਗਤ ਦੇ ਵਿੱਚ ਜਿਹੜਾ ਦਿਲ ਲੱਗਾ ਹੋਇਆ ਹੈ। ਸਿਮਰ 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 ਨਾਮ ਜੀਵਾ, ਇਹ ਸਿਮਰਨ ਯੋਗ ਪਰਮੇਸ਼ਰ, ਤੇਰੇ ਨਾਮ ਨੂੰ ਸਿਮਰ ਸਿਮਰ ਯਾਦ ਕਰ ਕਰਕੇ ਹੀ ਮੈਂ ਜਿਉਂਦਾ ਹਾਂ। ਤਨ ਮਨ ਹੋਈ ਨਿਹਾਲਾ, ਜਿਸ ਨਾਮ ਕਰਕੇ ਮੇਰਾ ਤਨ ਸਰੀਰ ਤੇ ਮਨ ਹਿਰਦਾ ਵੀ ਆਨੰਦ ਪ੍ਰਸੰਨ ਹੋ ਗਿਆ ਹੈ। ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਇਹ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਤੇਰੇ ਚਰਨ ਕਮਲਾਂ ਦੀ ਤਰ੍ਹਾਂ ਨਿਰਲੇਪ ਰੱਖਣ ਵਾਲੇ ਨੇ, ਉਹਨਾਂ ਨੂੰ ਮੈਂ ਧੋ ਧੋ ਕੇ ਪੀਣਾ ਕਰਾਂ।
ਇਹ ਕਿਰਪਾ ਕਰ। ਮੇਰੇ ਸਤਿਗੁਰ ਦੀਨ ਦਿਆਲਾ। ਇਹ ਮੇਰੇ ਸਤਿਗੁਰੂ ਦੀਨ ਦਿਆਲ, ਦਿਆਲਤਾ ਕਰਨ ਵਾਲੇ ਵਾਹਿਗੁਰੂ, ਮੈਂ ਤੇਰੇ ਚਰਨ ਕਮਲ ਧੋ ਧੋ ਕੇ ਪੀਵਾਂ। ਕਮਲਾ ਮਦ ਨਿਰਲੇਪ ਚਰਨਾਂ ਨੂੰ ਵੈਰਾਗ ਪ੍ਰੇਮ ਰੂਪੀ ਜਲ ਨਾਲ ਅੰਤःਕਰਨ ਵਿੱਚ ਧਿਆਨ ਕਰਨ ਰੂਪੀ ਧੋ ਧੋ ਕੇ ਪੀਣਾ ਕਰਾਂ। ਕੁਰਬਾਨ ਜਾਈ ਉਸ ਵੇਲਾ ਸੁਹਾਵੀ। ਇਹ ਮਹਾਰਾਜ, ਮੈਂ ਉਸੀ ਸੋਹਣੀ ਘੜੀ, ਸ਼ੋਭਨੀ ਘੜੀ ਦੇ ਸਮੇਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਜੇਤਾ ਤੁਮਰਾ ਦਵਾਰ ਆਇਆ। ਜਿਸ ਸਮੇਂ ਮੈਂ ਤੇਰੇ ਸਤਸੰਗਤ ਰੂਪ ਦਰਵਾਜ਼ੇ ਵਿੱਚ ਆ ਪਿਆ ਹਾਂ। ਨਾਨਕ ਕਉ ਪ੍ਰਭ ਭਏ ਕਿਰਪਾਲਾ। ਸਤਿਗੁਰੂ ਮਹਾਰਾਜ ਉਚਾਰਦੇ ਨੇ ਕਿ ਹੇ ਪਰਮੇਸ਼ਰ, ਜਿਸ ਵੇਲੇ ਮੇਰੇ ਤਾਈਂ ਤੁਸੀਂ ਦਇਆਵਾਨ ਹੋਏ, ਸਤਿਗੁਰ ਪੂਰਾ ਪਾਇਆ। ਤਦੋਂ ਹੀ ਮੈਂ ਪੂਰਾ ਸਤਿਗੁਰੂ ਪਾਉਣਾ ਕੀਤਾ ਹੈ। ਇੱਕ ਭਾਈ ਆਕਲ ਹੋਇਆ ਹੈ, ਭਾਈ ਆਕਲ, ਤੇ ਇਹ ਤੁਕਲਾਣੀ ਪਿੰਡ ਦਾ ਰਹਿਣ ਵਾਲਾ ਸੀਗਾ। 5ਵੇਂ ਪਾਤਸ਼ਾਹ ਤੋਂ ਇਹਨੇ ਗੁਰਸਿੱਖੀ ਧਾਰੀ। ਹਰ 6 ਮਹੀਨੇ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਜਾਇਆ ਕਰਦਾ, ਗੁਰੂ ਸਾਹਿਬ ਦੇ ਦਰਸ਼ਨ ਕਰਦਾ, ਦਸਵੰਧ ਭੇਟਾ ਕਰਦਾ, ਲੰਗਰ ਵਿੱਚ ਸੇਵਾ ਕਰਦਾ। ਇੱਕ ਇਹਦੀ ਛੋਟੀ ਲੜਕੀ ਸੀ, ਉਹ ਵੀ ਇਹਦੇ ਨਾਲ ਜਾਂਦੀ ਹੁੰਦੀ। ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। 6ਵੇਂ ਪਾਤਸ਼ਾਹ ਦਾ ਵੇੜਾ ਆਇਆ। ਇਹਦੀ ਲੜਕੀ 7 ਸਾਲਾਂ ਦੀ ਹੋਈ। ਬ੍ਰਾਹਮਣ ਰਿਸ਼ਤੇ ਕਰਦੇ ਸੀ, ਲਾਗੀਆਂ ਨੂੰ ਰਿਸ਼ਤਾ ਲੱਭਣ ਭੇਜਿਆ। ਮਿਸਤਰੀਆਂ ਦਾ ਪਰਿਵਾਰ ਸੀ। ਵੱਡੇ ਘਰ ਪਿੰਡ ਦੇ ਵਿੱਚ ਜੋ ਭਾਈ ਸਾਦੇ ਦਾ ਪੁੱਤਰ ਭਾਈ ਸਾਧੂ ਵੇਖਿਆ, ਸੋਹਣਾ ਘਰ ਲੱਭਿਆ, ਤੇ ਆ ਕੇ ਜਦ ਸੁੱਖ ਸੁਨੇਹਾ ਦਿੱਤਾ, ਰਿਸ਼ਤਾ ਤੈਅ ਹੋ ਗਿਆ। ਇਹਨੂੰ ਬਾਅਦ ਵਿੱਚ ਯਾਦ ਆਇਆ, ਬ੍ਰਾਹਮਣ ਨੂੰ ਪੁੱਛਣ ਲੱਗਾ ਕਿ ਮੈਨੂੰ ਚੇਤਾ ਭੁੱਲ ਗਿਆ, ਬਾਕੀ ਸਾਰੀਆਂ ਗੱਲਾਂ ਦਾ ਮੈਂ ਤੈਨੂੰ ਦੱਸ ਦਿੱਤੀਆਂ ਵੀ ਮਾਇਆ ਤੇਲਾ, ਘਰ-ਬਾਰ ਸੋਹਣਾ, ਲੜਕਾ ਸੁਨੱਖਾ ਹੋਣਾ ਚਾਹੀਦਾ, ਪਰ ਸਿੱਖੀ ਦਾ ਖਿਆਲ ਭੁੱਲ ਗਿਆ ਵੀ ਉਹ ਸਿੱਖ ਸਨ। ਕਹਿੰਦਾ ਇਹ ਤਾਂ ਮੈਂ ਵਿਚਾਰਿਆ ਨਹੀਂ, ਪਰ ਵੇਖਣ ਤੋਂ ਇਉਂ ਜਾਪਦਾ ਸੀਗਾ ਵੀ ਉਹਨਾਂ ਪੀਰ ਦੀ ਕਬਰ ਕੁਬਰ ਘਰ ਬਣਾਈ ਹੋਈ ਸੀ। ਕਿਸੇ ਪੀਰ ਨੂੰ ਮੰਨਦੇ ਹੋਣਗੇ ਜ਼ਰੂਰ, ਪੱਕਾ ਨਹੀਂ ਹੈ। ਬੜਾ ਵਿਚਾਰਾ ਪਛਤਾਇਆ, ਪਰ ਰਿਸ਼ਤਾ ਤੋੜਨਾ ਬੜਾ ਔਖਾ ਸੀ। ਉਹ ਸਮੇਂ ਹੀ ਇਸ ਤਰ੍ਹਾਂ ਦੇ ਸਨ। ਬਰਾਤ ਆਈ, ਵੇਖ ਕੇ ਪਹਿਚਾਣ ਲਿਆ ਕਿ ਸਖੀ ਸਰਵਰ ਦੇ ਪੁਜਾਰੀ ਨੇ। 2-3 ਦਿਨ ਬਰਾਤਾਂ ਰਹਿੰਦੀਆਂ ਹੁੰਦੀਆਂ ਸਨ। ਰੋਟੀ ਪਾਣੀ ਖਵਾਉਂਦੇ, ਸੇਵਾ ਕਰਦੇ ਰਹੇ, ਫੇਰੇ ਹੋਏ, ਅਤੇ ਅੰਮ੍ਰਿਤ ਵੇਲੇ ਇਸ ਵਕਤ ਹੀ ਬਰਾਤ ਨੂੰ ਡੋਲੀ ਸਹਿ ਤੋਰ ਦਿੱਤਾ ਗਿਆ। ਭਾਈ ਆਕਲ ਨੇ ਆਪਣੀ ਪੁੱਤਰੀ, ਜਿਸ ਦਾ ਨਾਮ ਸੀ ਬੀਬੀ ਸੂਰਤੀ, ਉਹਨੂੰ ਕੁਝ ਕੁ ਮਠਿਆਈ ਦੇ ਕੇ ਅਤੇ ਰੋ ਕੇ ਆਖਿਆ, ਇਹ ਪੁੱਤਰੀ ਮੇਰੇ ਵੱਸੋਂ ਬਾਹਰ ਹੈ, ਮੈਨੂੰ ਖਿਆਲ ਭੁੱਲ ਗਿਆ, ਮੈਂ ਸਿੱਖੀ ਨੂੰ ਪਰਖਿਆ ਨਹੀਂ ਕਿ ਪਰਿਵਾਰ ਗੁਰਸਿੱਖੀ ਵਾਲਾ ਕਿ ਨਹੀਂ। ਲਾਗੀ ਨੇ ਰਿਸ਼ਤਾ ਤੈਅ ਕਰ ਦਿੱਤਾ, ਇਹ ਗਲਤੀ ਮੇਰੀ ਵੀ ਹੈ। ਬਾਕੀ ਹੁਣ ਮੈਂ ਤੈਨੂੰ ਇਹ ਹਦਾਇਤ ਕਰਦਾ ਕਿ ਆਪਾਂ ਗੁਰੂ ਦੇ ਸਿੱਖ ਹਾਂ। ਸੱਸ ਸਹੁਰੇ ਦਾ ਮਾਂ ਪਿਓ ਤੋਂ ਵੱਧ ਸਤਿਕਾਰ ਕਰਨਾ, ਪਤੀ ਨੂੰ ਪਰਮੇਸ਼ਰ ਜਾਣਨਾ, ਪਰ ਜਿੱਥੇ ਧਰਮ ਦੀ ਗੱਲ ਆਵੇ, ਕਿਸੇ ਪੀਰ ਫਕੀਰ ਦੀ ਕਬਰ 'ਤੇ ਮੱਥਾ ਨਹੀਂ ਤੂੰ ਟੇਕਣਾ, ਨਾ ਪ੍ਰਸ਼ਾਦ ਚੜਾਉਣਾ ਹੈ। ਆਪਾਂ ਗੁਰੂ ਘਰ ਨੂੰ ਮੰਨਣ ਪੂਜਣ ਵਾਲੇ ਹਾਂ। ਬਾਕੀ ਤੇਰੇ ਕਰਮ, ਗੁਰੂ ਸਾਹਿਬ ਰਾਖਾ। ਇਸ ਤਰ੍ਹਾਂ ਕਹਿ ਕੇ ਉਹਨੂੰ ਤੋਰ ਦਿੱਤਾ। ਕੁੜੀ ਵਿਚਾਰੀ ਬੜੀ ਰੋਈ, ਬੜੀਆਂ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਕੀਤੀਆਂ, ਪਰ ਕੁਝ ਨਹੀਂ ਸੀ ਹੋ ਸਕਦਾ। ਤੁਕਲਾਣੀ ਪਿੰਡ ਤੋਂ ਡੋਲੀ ਤੁਰੀ ਅਤੇ ਵੱਡੇ ਘਰ ਜਾਣੀ ਸੀਗੀ। ਰਸਤੇ ਵਿੱਚ ਭਾਈ ਕੀ ਡੋਲੀ ਨਗਰ ਥਾਣੀ ਲੰਘੇ। ਰਾਹ ਜਾਂਦਿਆਂ ਕੁਦਰਤੀ ਉਸ ਲੜਕੀ ਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ। 6 ਵਜੇ ਦਾ ਟਾਈਮ ਹੋਊਗਾ ਜਾਂ 5:45 ਦਾ ਲਾ ਲਓ। ਇੰਨੇ ਕੁ ਟਾਈਮ ਦੀ ਆਸਾ ਦੀ ਵਾਰ ਸੰਪੂਰਨ ਹੁੰਦੀ ਹੈ।
ਉਹਨੇ ਸੋਚਿਆ ਕਿ ਇਹੋ ਜਿਹਾ ਕੀਰਤਨ ਤਾਂ ਅੰਮ੍ਰਿਤਸਰ ਹੁੰਦਾ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ। ਕਹਾਰਾਂ ਨੂੰ ਆਖਿਆ ਮੇਰੀ ਬੇਨਤੀ ਹੈ ਇੱਥੇ ਜਾਪਦਾ ਸਤ ਸੰਗਤ ਲੱਗੀ ਹੋਈ ਹੈ, ਗੁਰੂ ਸਾਹਿਬ ਆਏ ਹੋਏ ਨੇ, ਕੀਰਤਨ ਦੀ ਆਵਾਜ਼ ਆ ਰਹੀ ਹੈ, ਮੈਨੂੰ ਮੱਥਾ ਟਿਕਾ ਦਿਓ, ਮੈਂ ਬੜੀ ਦੁਖੀ ਹਾਂ। ਦੁਖੀ ਹਿਰਦੇ ਨਾਲ ਜਦ ਉਹਨਾਂ ਨੂੰ ਤਰਲਾ ਮਾਰਿਆ, ਕੁਹਾਰ ਕਹਿਣ ਲੱਗੇ ਬੀਬੀ ਭੈਣਾ ਸਾਡੀ ਡਿਊਟੀ ਹੈ, ਅਸੀਂ ਸਿੱਧੀ ਤੇਰੀ ਡੋਲੀ ਵੱਡੇ ਘਰ ਪਹੁੰਚਾਉਣੀ ਹੈ, ਇਹ ਜਿਹੜਾ ਰਸਤਾ ਇਹਦੇ ਤੋਂ ਸੱਜੇ ਖੱਬੇ ਨਹੀਂ ਜਾਣਾ, ਨਹੀਂ ਤਾਂ ਸਾਨੂੰ ਗੁੱਸੇ ਹੋਣਗੇ ਤੇਰੇ ਪਰਿਵਾਰ ਵਾਲੇ। ਕਹਿੰਦੇ ਨਹੀਂ ਤੁਸੀਂ ਮੇਰੇ ਵੀਰ ਹੋ। ਉਹਨਾਂ ਨੂੰ ਗਹਿਣੇ ਦੇ ਦਿੱਤੇ, ਚੌਂ ਬੰਦਿਆਂ ਨੂੰ ਹੀ ਥੋੜ੍ਹਾ ਥੋੜ੍ਹਾ ਗਹਿਣਾ ਵੰਡਤਾ। ਉਹ ਲਾਲਚ ਦੇ ਵਿੱਚ ਉੱਧਰ ਨੂੰ ਲੈ ਤੁਰੇ। ਬੀਬੀ ਸੂਰਤੀ ਨੰਗੇ ਪੈਰੀਂ ਡੋਲੀ ਵਿੱਚ ਉਤਰ ਕੇ ਕੁਛ ਕਦਮ ਚੱਲ ਕੇ ਮਹਾਰਾਜ ਦੇ ਕੋਲ ਪਹੁੰਚੇ। ਜਿਹੜੀ ਮਠਿਆਈ ਰਾਹ ਦੇ ਵਿੱਚ ਛਕਣ ਲਈ ਇਹਦੇ ਪਿਓ ਨੇ ਦਿੱਤੀ ਸੀ, ਖਾਣ ਨੂੰ ਕਿੱਥੇ ਜੀਅ ਕਰਦਾ, ਉਹ ਤਾਂ ਰੋਂਦੀ ਆਈ। ਉਹ ਸਾਰੀ ਦੀ ਸਾਰੀ ਮਠਿਆਈ ਮਹਾਰਾਜ ਦੇ ਚਰਨਾਂ 'ਚ ਭੇਟਾ ਰੱਖੀ। ਆਖਿਆ ਸੱਚੇ ਪਾਤਸ਼ਾਹ ਕਿਰਪਾ ਕਰੋ। ਗੁਰੂ ਸਾਹਿਬ ਨੇ ਉਹਦੇ ਮੂੰਹ ਵੱਲ ਵੇਖਿਆ, ਬੈਠ ਗਈ। ਜਦ ਆਸਾ ਦੀ ਵਾਰ ਦਾ ਭੋਗ ਪਿਆ, ਅਰਦਾਸ ਹੋਈ, ਮਹਾਰਾਜ ਨੇ ਉਹਨੂੰ ਬੁਲਾਇਆ। ਆਖਿਆ ਬੀਬੀ ਤੇਰੇ ਵਿਆਹ ਵਾਲੇ ਕੱਪੜੇ ਤੂੰ ਕਿੱਧਰੋਂ ਆਈ ਹੈ? ਕਹਿਣ ਲੱਗੀ ਜੀ ਆਹ ਗੱਲ ਮੇਰੇ ਨਾਲ ਬਣੀ ਹੈ ਅਤੇ ਹੁਣ ਕਿਰਪਾ ਕਰੋ। ਮਹਾਰਾਜ ਕਹਿੰਦੇ ਤੇਰੇ ਕਰਮ ਐਸੇ ਸੀਗੇ ਸੋ ਤੈਨੂੰ ਭੋਗਣੇ ਪੈਣੇ ਸੀ, ਪਰ ਕੋਈ ਬਾਤ ਨਹੀਂ, ਹੁਣ ਚਿੰਤਾ ਨਾ ਕਰ, ਤੂੰ ਗੁਰੂ ਘਰ ਪਹੁੰਚ ਗਈ ਹੈ, ਸ੍ਰੀ ਗੁਰੂ ਨਾਨਕ ਦੇਵ ਤੇਰੇ 'ਤੇ ਕਿਰਪਾ ਕਰਨਗੇ। ਇੰਨੇ ਚਿਰ ਨੂੰ ਭਾਈ ਸਾਧੂ ਜਿਹੜਾ ਉਹਦਾ ਪਤੀ ਲੱਭਦਾ ਲਵਾਉਂਦਾ ਉੱਧਰ ਨੂੰ ਆ ਤੁਰਿਆ। ਗੁੱਸੇ ਵਿੱਚ ਆਇਆ ਸੀ, ਪਰ ਮਹਾਰਾਜ ਦੇ ਦਰਸ਼ਨ ਕਰਕੇ ਉਹਦਾ ਚਿੱਤ ਸ਼ਾਂਤ ਹੋ ਗਿਆ। ਮੱਥਾ ਟੇਕਣਾ ਤਾਂ ਨਹੀਂ ਸੀ ਚਾਹੁੰਦਾ, ਪਰ ਬਦੋ ਬਦੀ ਉਹਦਾ ਸਿਰ ਝੁਕਿਆ। ਮਹਾਰਾਜ ਨੇ ਉਹਨੂੰ ਲਾਹਣਤਾਂ ਪਾਈਆਂ ਵੀ ਮਾਰੀ ਜਾਓ, ਇਹਦੇ ਨਾਲੋਂ ਤਾਂ ਚੰਗਾ ਜਿਹੜੇ ਮੁਸਲਮਾਨ ਤੁਹਾਡੇ ਬੱਚਿਆਂ ਦੇ ਕਾਤਲ ਲੁਟੇਰੇ ਤੁਹਾਡੇ ਦੇਸ਼ ਨੂੰ ਲੁੱਟ ਲੁੱਟ ਕੇ ਖਾ ਰਹੇ, ਤੁਹਾਡੀ ਇੱਜ਼ਤ ਨੂੰ ਖਰਾਬ ਕਰ ਰਹੇ ਨੇ, ਉਹਨਾਂ ਮੁਸਲਮਾਨਾਂ ਦੇ ਤੁਸੀਂ ਨੱਕ ਰਗੜਦੇ ਹੋ, ਉਹ ਤਾਂ ਇੰਨਾ ਜ਼ੁਲਮ ਕਰ ਰਹੇ ਨੇ। ਫਿਰ ਕਿਸੇ ਪਰਮਾਤਮਾ ਨੂੰ ਛੱਡ ਕਿਸੇ ਬੰਦੇ ਅੱਗੇ ਹੱਥ ਜੋੜਨੇ, ਇਹ ਕਿੱਡੀ ਕੁ ਵੱਡੀ ਮਨੁੱਖਤਾ ਹੈ, ਕਿੰਨੀ ਕੁ ਵੱਡੀ ਵਡਿਆਈ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਹੈ, ਸਤਿਗੁਰ ਸਾਹਿਬ ਛੱਡ ਕੇ ਮੰਗਦਿਆਂ ਨੂੰ ਮੰਗਣ ਜਾਈ। ਸੋ ਦਾਤਾ ਸਾਹਿਬ ਸਦਕੇ ਛੱਡ ਕੇ ਮੰਗਦਿਆਂ ਨੂੰ ਮੰਗਣ ਜਾਈ। ਸਤਿਗੁਰ ਸਾਹਿਬ ਛੱਡ ਕੇ ਮਨ ਮੁਖੋਏ ਬੰਦੇ ਦਾ ਬੰਦਾ। ਗੁਰੂ ਨਾਨਕ ਸਾਹਿਬ ਦੇ ਇੰਨੇ ਪਰਉਪਕਾਰ ਨੇ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਸੋ ਮਹਾਰਾਜ ਦਾ ਉਪਦੇਸ਼ ਆਪਾਂ ਨੂੰ ਲੈ ਕੇ ਅਤੇ ਪ੍ਰਮਾਤਮਾ ਨੂੰ ਮੰਨਣਾ ਚਾਹੀਦਾ ਹੈ, ਬੰਦਗੀ ਕਰਨੀ ਚਾਹੀਦੀ ਹੈ। ਮੁਸਲਮਾਨ ਕਦੀ ਵੀ ਮੁਸਲਮਾਨ ਦੀ ਕਬਰ 'ਤੇ ਮੱਥਾ ਨਹੀਂ ਟੇਕਦਾ, ਜਿੰਨੇ ਟੇਕਦੇ ਸਭ ਹਿੰਦੂ ਸਿੱਖ। ਮੇਰੀ ਇੱਕ ਨਾਲ ਵਿਚਾਰ ਹੋਈ ਜਦ ਮੈਨੂੰ ਪਤਾ ਲੱਗਾ ਵੀ ਮੁਸਲਮਾਨ ਕਬਰ ਨੂੰ ਨਹੀਂ ਮੰਨਦੇ। ਮਸੀਤ ਦੇ ਵਿੱਚ ਦੱਸੋ ਕੋਈ ਕਬਰ ਹੁੰਦੀ ਆ? ਆਲਾ ਜਿਹਾ ਹੁੰਦਾ, ਬਸ ਉੱਥੇ ਦੀਵਾ ਜਿਹਾ ਜਗਾਉਂਦੇ ਨੇ। ਜਦੋਂ ਨਮਾਜ਼ ਪੜ੍ਹਦੇ ਨੇ ਤਾਂ ਉਹ ਉੱਪਰ ਨੂੰ ਹੱਥ ਕਰਕੇ ਅੱਲਾ ਦਾ ਧਿਆਨ ਕਰਦੇ ਨੇ। ਮੈਨੂੰ ਪੁੱਛਿਆ ਫਿਰ ਤੁਸੀਂ ਕਬਰ 'ਤੇ ਜਾਂਦੇ ਕਿਉਂ? ਮੇਲੇ ਤਾਂ ਲੱਗੇ ਹੀ ਰਹਿੰਦੇ ਨੇ। ਕਹਿੰਦੇ ਅਸੀਂ ਉਹਨੂੰ ਭਗਵਾਨ ਨਹੀਂ ਮੰਨਦੇ, ਉਸ ਨੂੰ ਅੱਲਾ ਨਹੀਂ ਮੰਨਦੇ, ਉਹਨੂੰ ਆਪ ਤੋਂ ਵੱਡਾ ਜਾਣ ਕੇ ਮੱਥਾ ਨਹੀਂ ਟੇਕਦੇ। ਉਹਦੀ ਕਬਰ 'ਤੇ ਅਸੀਂ ਤਾਂ ਮੇਲਾ ਲਾਉਣੇ ਆ ਵੀ ਉਹ ਇੱਕ ਜਿਹੜੀ ਆਤਮਾ ਹੈ ਉਹ ਨਿਰਜਿੰਦ ਜੀਵ ਤੋਂ ਰਹਿਤ, ਉਹਦੇ ਕੋਲ ਸਰੀਰ ਕੋਈ ਨਹੀਂ ਹੈ। ਉਹ ਆਤਮਾ ਮੁਰਦਾ ਹੋਈ ਕਬਰ ਦੇ ਵਿੱਚ ਪਈ ਹੈ ਅਤੇ ਨਿਰਯਤਨ ਕੋਈ ਆਪ ਦੀ ਮੁਕਤੀ ਲਈ ਉੱਦਮ ਨਹੀਂ ਕਰ ਸਕਦੀ, ਕਿਉਂਕਿ ਸਰੀਰ ਦੇ ਵਿੱਚ ਹੀ ਉੱਦਮ ਹੁੰਦਾ। ਅਤੇ ਅਸੀਂ ਉਹਦੇ ਭਲੇ ਵਾਸਤੇ ਉਹਦੀ ਕਬਰ 'ਤੇ ਜਾ ਕੇ ਅੱਲਾ ਕੀ ਅਰਦਾਸ ਕਰਦੇ ਹਾਂ ਵੀ ਮਹਾਰਾਜ ਇਹਨੂੰ ਕਬਰ 'ਚੋਂ ਕੱਢ ਅਤੇ ਇਹਦੀ ਮੁਕਤੀ ਕਰ। ਉਹ ਇਹ ਮੰਨਦੇ ਨੇ ਵੀ ਜਦ ਅਜ਼ਰਾਈਲ ਨਾਦ ਵਜਾਏਗਾ ਮੌਤ ਦਾ ਫਰਿਸ਼ਤਾ, ਅਤੇ ਉਦੋਂ ਸਾਰੀਆਂ ਮੁਰਦਾ ਰੂਹਾਂ ਮਾਂ ਪਰਲੋ ਦੇ ਵੇਲੇ ਉੱਠ ਕੇ ਖੜੀਆਂ ਹੋ ਜਾਣਗੀਆਂ
ਤੇ ਮੁਹੰਮਦ ਸਾਹਿਬ ਉਹਨਾਂ ਦੀ ਸਿਫਾਰਿਸ਼ ਪਾਉਣਗੇ ਜਿਹੜੇ ਅਮਲ ਕਰਨਗੇ, ਫਿਰ ਉਹ ਬਹਿਸ਼ਤਾਂ ਦੇ ਵਿੱਚ ਵਾਸਾ ਹੋਏਗਾ। ਉਹ ਕਬਰ ਵਾਲੇ ਪੀਰ ਨੂੰ ਰੱਬ ਨਹੀਂ ਮੰਨਦੇ। ਸਾਡੀ ਮੂਰਖਤਾ ਹੈ ਵੀ ਅਸੀਂ ਉਹਨੂੰ ਰੱਬ ਮੰਨ ਕੇ ਮੱਥਾ ਟੇਕਦੇ ਹਾਂ। ਆ ਸ਼ੇਖ ਪਤਾ ਸਾਡੇ ਲੋਕਾਂ ਨੇ ਸਿਰ 'ਤੇ ਚਾੜਿਆ, ਤੁਹਾਨੂੰ ਤਾਂ ਭਾਵੇਂ ਨਾ ਪਤਾ ਹੋਵੇ। ਸਾਡੇ ਤਰਨ ਤਾਰਨ ਇਲਾਕੇ 'ਚ ਇੰਨੀ ਦੁਨੀਆ ਕਮਲੀ ਹੋਈ, ਕਿਸੇ ਦੀ ਮੱਝ ਸੂਏ, ਗਾਂ ਸੂਏ, ਨਿਆਣੇ ਭਾਵੇਂ ਵਿਚਾਰੇ ਮੂੰਹ ਵੱਲ ਵੇਖਣ, ਉਹਨਾਂ ਖੀਰ ਦਾ ਡੋਲੂ ਭਰ ਕੇ ਉਹ ਸ਼ੇਖ ਫਤਿਹ 'ਤੇ ਜ਼ਰੂਰ ਜਾ ਕੇ ਚੜਾਉਣਾ ਹੈ। ਆ ਭਰਾਵਾਂ ਦਾ ਢਾਬਾ ਅੰਮ੍ਰਿਤਸਰ ਸਾਹਿਬ ਹੈ, ਸੰਤੋਖ ਸਰ ਦੇ ਕੋਲ। ਆ ਗਲਿਆਰੇ ਸਕੀਮ 'ਚ ਹੁਣ ਉੱਥੇ ਆ ਗਿਆ। ਇੱਕ ਵਾਰ ਕਿਸੇ ਸੇਵਾਦਾਰ ਨੇ ਮੇਰੇ ਨਾਲ ਵਚਨ ਸਾਂਝਾ ਕੀਤਾ, ਕਹਿੰਦਾ ਅਸੀਂ ਫਿਰਦੇ ਫਿਰਾਉਂਦੇ ਸੈਰ ਕਰਦੇ ਰਾਤ ਦੇ 10 ਵਜੇ ਤੋਂ ਭਰਾਵਾਂ ਦੇ ਢਾਬੇ 'ਤੇ ਚਲੇ ਗਏ। ਰੋਟੀ ਰਾਟੀ ਖਾ ਕੇ ਚੰਗੀ, ਆਖਿਆ ਵੀ ਲਿਆਓ ਡਿਸ਼, ਲਿਆਓ ਸਵੀਟ ਡਿਸ਼, ਮਿੱਠਾ ਮੂੰਹ ਕਰਾਓ। ਉਹਨਾਂ ਖੀਰ ਦਿੱਤੀ ਇੰਨੀ ਕਮਾਲ ਦੀ। ਆਪਾਂ ਆਖਿਆ ਵੀ ਦੁੱਧ ਕਿਹੜੇ ਦੁੱਧੀ ਤੋਂ ਲਿਆ ਤੁਸੀਂ, ਕਾਰੀਗਰ ਸਾਨੂੰ ਦਿਖਾਓ ਜਿਹਨੇ ਖੀਰ ਬਣਾਈ। ਕਹਿੰਦੇ ਬਾਬਾ ਜੀ ਬੁਰਾ ਨਾ ਬਣਾਇਓ, ਇਹ ਤਾਂ ਆਪਾਂ ਸ਼ੇਖ ਫਤਿਹ ਠੇਕਾ ਲਿਆ ਹੋਇਆ ਖੀਰ ਦਾ। ਅੱਬਲ ਤਾਂ ਕੁੱਤੇ ਬਿੱਲੇ ਉੱਥੇ ਖਾ ਜਾਂਦੇ ਨੇ, ਜਿਹੜੀ ਕੁੱਤਿਆਂ ਬਿੱਲਿਆਂ ਤੋਂ ਬਚੇ ਉੱਥੇ ਡਰਮ ਲਾਏ ਹੋਏ ਨੇ, ਉਹ ਚੌਕੇ ਠੇਕੇਦਾਰ ਹੋਟਲਾਂ 'ਤੇ ਜਾ ਕੇ ਵੇਚਦੇ। ਦੱਸੋ ਕੀ ਫਾਇਦਾ ਲੋਕਾਂ ਦਾ। ਇਹਦੇ ਨੂੰ ਬੰਦਾ ਕਿਸੇ ਮੂੰਹ 'ਚ ਪਾਏ। ਉਹ ਸ਼ੇਖ ਫਤਿਹ ਮੈਂ ਸੁਣਿਆ ਵੀ ਉਹਦੀ ਮਹਾਰਾਜ ਦੀ ਸ਼ਹੀਦੀ ਦੇ ਵਿੱਚ ਬਹੁਤ ਈਰਖਾ ਭਰੀ ਬਿਆਨਬਾਜ਼ੀ ਸੀਗੀ। ਉਹਨੇ ਸਾਰਾ ਜ਼ੋਰ ਲਾ ਕੇ ਮਹਾਰਾਜ ਨੂੰ ਸ਼ਹੀਦ ਕਰਾਇਆ। ਜਿਹੜੇ ਸ਼ਹੀਦੀ ਦੇ ਕਾਰਨ ਉਹ 'ਚ ਸ਼ੇਖ ਫਤਿਹ ਵੀ ਮੌਜੂਦ ਸੀਗਾ। ਮਹਾਰਾਜ ਦੀਆਂ ਬਹੁਤ ਸ਼ਿਕਾਇਤਾਂ ਜਹਾਂਗੀਰ ਦੇ ਕੋਲ ਇਹਨਾਂ ਲੋਕਾਂ ਲਾਈਆਂ, ਝੂਠੀਆਂ ਹੀ, ਵੀ ਇਹਨਾਂ ਨੇ ਚੋਰ ਅਤੇ ਡਾਕੂ ਪਾਲੇ ਹੋਏ ਨੇ। ਬੜਾ ਇਹਨਾਂ ਵੱਧ ਘੱਟ ਬੋਲਿਆ ਗੁਰਸਿੱਖਾਂ ਬਾਰੇ। ਤੋ ਇੰਝ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਇਹੋ ਜਿਹੇ ਬਚਨ ਛੱਡੇ, ਭਾਈ ਸਾਧੂ 'ਤੇ ਉਂਝ ਹੀ ਕਿਰਪਾ ਹੋ ਗਈ ਸੀ ਦਰਸ਼ਨਾਂ ਨਾਲ ਹੀ। ਉਹਦਾ ਮਨ ਸਾਫ਼ ਹੋ ਗਿਆ। ਉਹ ਨਾਕੀ ਰਗੜੀ ਜਾਏ, ਮਹਾਰਾਜ ਮੈਨੂੰ ਮਾफ़ ਕਰੋ। ਮਰ ਕਹਿੰਦੇ ਵੀ ਇਹ ਤੇਰੀ ਜਿਹੜੀ ਘਰ ਵਾਲੀ ਬਣੀ ਹੈ ਗੁਰਸਿੱਖ ਘਰਾਣੇ ਦੀ ਹੈ, ਗੁਰੂ ਸਾਹਿਬ ਨੂੰ ਮੰਨਣ ਵਾਲੀ ਹੈ, ਤੂੰ ਇਹਨੂੰ ਕੁਛ ਨਹੀਂ ਕਹਿਣਾ। ਕਹਿੰਦਾ ਜੀ ਹੁਣ ਮੈਂ ਵੀ ਨਹੀਂ ਮੰਨਾਂਗਾ, ਮੈਂ ਜਾ ਕੇ ਹੁਣੇ ਪੀਰ ਦੀ ਕਬਰ ਢਾਹ ਦੇਵਾਂਗਾ, ਆਪ ਮੈਨੂੰ ਸਿੱਖੀ ਨਾਮਦਾਨ ਬਖਸ਼ੋ। ਮਹਾਰਾਜ ਦੀ ਚਰਨ ਬੋਲ ਉਹਨੇ ਲਈ, ਗੁਰਸਿੱਖੀ ਪ੍ਰਾਪਤ ਕੀਤੀ। ਸਾਹਿਬਾਂ ਨੇ ਵਰ ਦਿੱਤਾ, ਕਹਿੰਦੇ ਬੀਬੀ ਤੂੰ ਆਪਦੇ ਬਾਰੇ ਦੁੱਖ ਕੱਟਣ ਆਈ ਸੀ, ਤੇਰਾ ਪਤੀ ਵੀ ਸਿੱਖ ਹੋਇਆ, ਗਾਂ ਤੇਰੇ ਘਰ ਲੜਕਾ ਹੋਏਗਾ, ਉਹ ਤੁਹਾਡੇ ਨਾਲੋਂ ਵੱਧ ਗੁਰਸਿੱਖੀ ਪਿਆਰ ਵਾਲਾ ਹੋਏਗਾ। ਉਹਦਾ ਨਾਮ ਰੱਖਣਾ ਭਾਈ ਰੂਪ ਚੰਦ। ਸੋ ਜਿਨ੍ਹਾਂ ਨੇ ਭਾਈ ਸਾਧੂ ਅਤੇ ਭਾਈ ਰੂਪੇ ਨੇ ਮਾਲਵੇ ਦੇ ਵਿੱਚ ਗੁਰੂ ਮਹਾਰਾਜ ਨੂੰ ਸੰਘਣੇ ਜੰਗਲਾਂ ਦੇ ਵਿੱਚ 60 ਮੀਲ ਦੀ ਦੂਰੀ 'ਤੇ 100 ਕਿਲੋਮੀਟਰ ਦੀ ਦੂਰੀ ਤੋਂ ਬੁਲਾ ਕੇ ਅਤੇ ਠੰਡਾ ਜਲ ਛਕਾ ਕੇ ਮਹਾਰਾਜ ਦੀ ਖੁਸ਼ੀ ਪ੍ਰਾਪਤ ਕੀਤੀ। ਫਿਰ ਮਹਾਰਾਜ ਨੇ ਖੁਸ਼ ਹੋ ਕੇ ਉਹਨਾਂ ਨੂੰ ਲੰਗਰ ਚਲਾਉਣ ਦੀ ਦਾਤ ਦਿੱਤੀ, ਸਰੂਪਾ ਦਿੱਤਾ ਅਤੇ ਮੋਢੀ ਕੱਢੀ ਕਿ ਆਪ ਦਾ ਨਗਰ ਵਸਾਓ। ਭਾਈ ਰੂਪਾ ਜਿਹੜਾ ਨਗਰ ਹੈ ਅੱਜ ਤੱਕ ਭਾਈ ਰੂਪ ਚੰਦ ਦੇ ਨਾਮ ਨਾਲ ਪ੍ਰਸਿੱਧ, ਜਿੱਥੇ ਮਹਾਰਾਜ ਨੂੰ ਜਲ ਛਕਾਇਆ ਉੱਥੇ ਵੀ ਗੁਰਦੁਆਰਾ ਸਾਹਿਬ ਹੈ। ਇਹਨਾਂ ਦੀ ਕੁਲ ਦੇ ਵਿੱਚ ਅਜੇ ਵੀ ਲੰਗਰ ਚੱਲ ਰਿਹਾ ਹੈ। ਤੋ ਇਹ ਮਹਾਰਾਜ ਸੱਚੇ ਪਾਤਸ਼ਾਹ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੇ ਤੁਮਰੇ ਦੁਆਰੇ ਆਇਆ। ਉਸ ਵੇਲੇ ਤੋਂ ਉਸ ਘੜੀ ਤੋਂ ਮੈਂ ਕੁਰਬਾਨ ਜਾਂਦਾ ਜਿਸ ਵੇਲੇ ਮੈਂ ਤੇਰੇ ਦਰਵਾਜ਼ੇ 'ਤੇ ਆ ਕੇ ਲੰਮੇ ਪਿਆ। ਸੋ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਇਹਦੇ ਨਾਲ ਹੀ ਮੈਂ ਬਖਸ਼ਿਆ ਗਿਆ। ਨਾਨਕ ਉਪਰ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਤੁਸੀਂ ਮੇਰੇ 'ਤੇ ਕਿਰਪਾਲੂ ਹੋਏ ਹੋ, ਦਇਆਵਾਨ ਹੋਏ ਹੋ, ਤਦੋਂ ਹੀ ਮੈਂ ਪੂਰਾ ਸਤਿਗੁਰੂ ਤੁਹਾਨੂੰ ਪਾਉਣਾ ਕੀਤਾ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ। ਵੇਖੋ ਬੀਬੀ ਸੂਰਤੀ ਦਾ ਮਹਾਰਾਜ ਨੇ ਜੀਵਨ ਪਲਟਾਤਾ ਇੱਕ ਕੇਵਲ 5 ਮਿੰਟ ਮੱਥਾ ਟੇਕਣ ਦੇ ਨਾਲ। ਅੰਮ੍ਰਿਤ ਵੇਲੇ ਬੜਾ ਵੱਡਾ ਗੁਣ ਹੁੰਦਾ ਹੈ। ਮਹਾਰਾਜ ਬੜੇ ਦਿਆਲੂ ਸੀਗੇ ਉਂਝ ਹੀ, ਅਤੇ ਅੰਮ੍ਰਿਤ ਵੇਲੇ ਉਂਝ ਹੀ ਬੰਦੇ ਦਾ ਮਨ ਨਰਮ ਹੁੰਦਾ। ਜਦ ਉਹਨੇ ਦਰਸ਼ਨ ਕਰਕੇ ਦੁੱਖ ਸੁਣਾਇਆ, ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ, ਉਸੇ ਵਕਤ ਮਹਾਰਾਜ ਨੇ ਉਹਦੀ ਜ਼ਿੰਦਗੀ ਪਲਟਾਤੀ, ਨਵਾਂ ਜਨਮ ਹੋਇਆ। ਕਿੱਥੇ ਉਹਨੇ ਸਾਰੀ ਉਮਰ ਰੋਂਦਿਆਂ ਕੱਟਣੀ ਸੀ।
ਭਾਵੇਂ ਫਾਹ ਲੈ ਕੇ ਮਰਨਾ ਪੈਂਦਾ, ਭਾਵੇਂ ਸਹੁਰੇ ਮਾਰ ਦਿੰਦੇ, 100 ਮੁਸ਼ਕਿਲਾਂ 'ਚ ਲੰਘਣਾ ਪੈਣਾ ਸੀ। ਅਤੇ ਸਾਹਿਬਾਂ ਦੇ ਇੱਕ ਦਰਸ਼ਨ ਹੀ ਕੀਤੇ, ਅਰਦਾਸ ਕੀਤੀ ਅਤੇ ਗੁਰੂ ਸਾਹਿਬ ਨੇ ਵੇਖੋ ਉਹਦੀ ਜ਼ਿੰਦਗੀ ਪਲਟਾਤੀ। ਐਸੇ ਮਹਾਰਾਜ ਨੇ ਇਸੇ ਲਈ ਬੇਨਤੀ ਕਰੀ ਦੀ ਹੈ ਕਿ ਦਰਸ਼ਨ ਕਰਨੇ ਲਾਜ਼ਮੀ ਨੇ। ਸੋ ਕਹੋ ਟਲ ਗੁਰ ਸੇਵੀ ਹੈ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੋਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਤੁਧ ਚਿਤ ਆਏ ਮਹਾ ਆਨੰਦਾ। ਇਹ ਵਾਹਿਗੁਰੂ ਤੇਰੇ ਯਾਦ ਆਇਆ ਬਹੁਤ ਆਨੰਦ ਸੁਖ ਪ੍ਰਾਪਤ ਹੁੰਦਾ ਹੈ। ਜਿੰਨਾ ਆਨੰਦ ਕਥਾ ਕੀਰਤਨ ਦਾ ਗਾਉਣ ਵਜਾਉਣ ਵਾਲਿਆਂ ਨੂੰ ਮਿਲਦਾ ਹੈ, ਉਹਨਾਂ ਸਵਰਗ ਦੇ ਦੇਵਤਿਆਂ ਨੂੰ ਵੀ ਨਹੀਂ ਹੈ। ਕਹਿੰਦੇ ਨੇ ਵੀ ਗੁਰੂ ਸਾਹਿਬ ਦੀ ਬਾਣੀ ਦੇ ਕੀਰਤਨ ਦਾ ਆਨੰਦ ਬ੍ਰਹਮਾ ਦੇ ਨਾਲੋਂ ਵੀ, ਦੇਵਤਿਆਂ ਦੇ ਗੰਧਰਵਾਂ ਦੇ ਨਾਲੋਂ ਵੀ ਜ਼ਿਆਦਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗੀ ਭਾਈ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ, ਉਹਨਾਂ ਦੀ ਧਰਮਸ਼ਾਲਾ ਹੈ। ਉਹਨਾਂ 25-26 ਸਾਲ ਨਿਸ਼ਕਾਮ ਆਸਾ ਦੀ ਵਾਰ ਦਾ ਕੀਰਤਨ ਕੀਤਾ ਹਰਿਮੰਦਰ ਸਾਹਿਬ ਦਰਬਾਰ 'ਚ, ਡੇਲੀ ਬੇਨਾਗਾ, ਬਿਨਾਂ ਤਨਖਾਹ ਤੋਂ। ਅੱਜ ਵੀ ਉਹਨਾਂ ਦੇ ਨਾਮ 'ਤੇ ਪ੍ਰਸ਼ਾਦ ਦੀਆਂ ਅਰਦਾਸਾਂ ਹੁੰਦੀਆਂ ਨੇ। ਅੰਮ੍ਰਿਤ ਵੇਲੇ 2:30 ਵਜੇ ਧਰਮਸ਼ਾਲਾ 'ਚੋਂ 2 ਬਾਲਟੀਆਂ ਸੰਗਤ ਲਈ ਕੜਾਹ ਪ੍ਰਸ਼ਾਦ ਭੇਟਾ ਹੁੰਦਾ ਹੈ ਅਤੇ ਉਹਨਾਂ ਦੇ ਨਾਮ ਦੀ ਅਰਦਾਸ ਹੁੰਦੀ ਹੈ। ਅਤੇ ਇਸ ਵਾਸਤੇ ਆਨੰਦ ਦੀ ਖੇਡ ਹੈ। ਜਿਸ ਵਿਸਰੈ ਸੋ ਮਰ ਜਾਏ। ਜੇ ਚੇਤਾਵੇਂ ਤਾਂ ਆਨੰਦ ਬਹੁਤਾ ਹੈ, ਪਰ ਜਿਸ ਪੁਰਸ਼ ਨੂੰ ਤੂੰ ਭੁੱਲ ਜਾਂਦਾ ਉਹ ਮਰ ਕੇ ਜੂਨਾਂ 'ਚ ਹੀ ਜਾਂਦਾ ਹੈ। ਦਿਆਲ ਹੋਵੈ ਜਿਸ ਉਪਰ ਕਰਤੇ। ਇਹ ਕਰਤੇ ਰਚਨਹਾਰ ਪਰਮਾਤਮਾ ਜਿਸ 'ਤੇ ਤੂੰ ਦਇਆਵਾਨ ਹੋ ਜਾਂਦਾ ਹੈ, ਸੋ ਤੁਧ ਸਦਾ ਧਿਆਏ। ਉਹੀ ਮਨੁੱਖ ਤੈਨੂੰ ਹਮੇਸ਼ਾ ਧਿਆਉਂਦਾ ਯਾਦ ਕਰਦਾ ਹੈ। ਮੇਰੇ ਸਾਹਿਬਾ ਇਹ ਮੇਰੇ ਮਾਲਕ ਪਰਮਾਤਮਾ, ਤੂੰ ਮਹਿਮਾਨ ਨਿਮਾਣੀ। ਮੇਰੀ ਮਾਣ ਤੋਂ ਹੀਣੀ ਜਿੰਦ ਦਾ ਤੂੰ ਹੀ ਮਾਣ ਹੈ, ਤੂੰ ਹੀ ਗਿਆਨ ਦਾ ਮਾਣ ਦੇਣ ਵਾਲਾ ਹੈ। ਅਰਦਾਸ ਕਰੀ ਪ੍ਰਭ ਆਪਣਾ ਆਗੇ। ਇਹ ਪਰਮੇਸ਼ਰ ਤੈਨੂੰ ਆਪਣਾ ਜਾਣ ਕੇ ਤੇਰੇ ਅੱਗੇ ਮੈਂ ਅਰਦਾਸ ਬੇਨਤੀ ਕਰਦਾ ਹਾਂ। ਅਰਦਾਸ ਬੇਨਤੀ ਮਹਾਰਾਜ ਦੇ ਅੱਗੇ ਹੀ ਕਰਨੀ ਬਣਦੀ ਹੈ। ਦੁਖ ਤਿਸੈ ਪੇ ਆਖੀਐ, ਸੁਖ ਜਿਸੈ ਹੀ ਪਾਸ। ਵਿਣ ਬੋਲਿਆ ਸਭ ਕੁਛ ਜਾਣਦਾ, ਜਿਹੜਾ ਬਿਨਾਂ ਬੋਲਿਆਂ ਤੋਂ ਹੀ ਸਭ ਕੁਛ ਜਾਣਦਾ ਹੈ। ਕਿਸੇ ਆਗਿਆ ਕੀਚੇ ਅਰਦਾਸ, ਉਹਨੂੰ ਛੱਡ ਕੇ ਹੋਰ ਕਿਹਦੇ ਅੱਗੇ ਤੁਸੀਂ ਹੱਥ ਅੱਡਦੇ ਫਿਰਦੇ ਭਾਈ? ਦੱਸੋ ਕਿਹਦੇ ਅੱਗੇ ਅਰਦਾਸਾਂ ਕਰਦੇ ਹੋ? ਆਪਦੇ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ। ਇਨਸਾਨ ਲਾਲਚ ਵਸ ਕਿਸੇ ਵੀ ਲਾਲਚ ਵਿੱਚ ਆ ਕੇ ਵੱਡੇ ਬੰਦਿਆਂ ਅੱਗੇ ਤਾਂ ਹੱਥ ਜੋੜਦਾ ਹੈ ਕਿ ਤੁਸੀਂ ਮੇਰੇ ਮਾਈ ਬਾਪ ਹੋ, ਜੋ ਮੈਨੂੰ ਆਗਿਆ ਕਰੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਅਤੇ ਪਰ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਨਹੀਂ ਆਪਾਂ ਕਰਦੇ। ਜੱਜਾਂ ਦੀਆਂ ਕਚਹਿਰੀਆਂ ਦੇ ਵਿੱਚ, ਸਰਕਾਰੀ ਦਰਬਾਰੇ, ਸੋ ਜਿਹੜੇ ਵੱਡੇ ਵੱਡੇ ਆਫਿਸ ਨੇ ਉਹਨਾਂ 'ਚ ਲਿਖ ਕੇ ਲਾਇਆ ਹੁੰਦਾ ਵੀ ਮੋਬਾਈਲ ਦੀ ਵਰਤੋਂ ਮਨ੍ਹਾ ਹੈ। ਪਰ ਅਸੀਂ ਇੱਥੇ ਲੰਗਰ ਦੇ ਵਿੱਚ ਵੀ ਬੰਦਾ ਰੋਟੀ ਤਾਂ ਚੱਜ ਨਾ ਖਾਏ। ਜੇ ਕੋਈ ਪੁੱਛਣ ਵਾਲਾ ਹੋਏ ਵੀ ਮੂਰਖਾ, ਜਿਉਂ ਸਵੇਰ ਤੋਂ ਤਕਾਲਾਂ ਤੱਕ ਤੂੰ ਭੱਜਿਆ ਫਿਰਦਾ ਰਹਿੰਦਾ, ਜੇ ਰੋਟੀ ਰੱਬ ਨੇ ਦਿੱਤੀ ਹੈ ਤਾਂ ਉਹਨੂੰ ਚੱਜ ਨਾ ਖਾ। ਉਹ ਇੱਕ ਹੱਥ ਕੰਨ ਨਾਲ ਲਾਇਆ ਹੋਊਗਾ, ਹਾਂਜੀ ਹੈਲੋ ਜੀ, ਆ ਜੀ, ਆਓ ਜੀ, ਐਂ ਜੀ, ਆਓ ਜੀ। ਲਾਂਗਰੀ ਵਿਚਾਰਾ ਮੂੰਹ ਵੱਲ ਵੇਂਦਾ ਹੋਊਗਾ ਵੀ ਪਾਣੀ ਲੈਣਾਗੇ, ਉਹ ਦੂਜਿਆਂ ਨੂੰ ਵੀ ਵਰਤਾਉਣਾ ਹੈ। ਉਹੀ ਹੱਥ ਮੋਬਾਇਲ ਨੂੰ, ਉਹੀ ਬੁਰਕੀ ਮੂੰਹ 'ਚ, ਅਤੇ ਪਸ਼ੂਆਂ ਵਾਲਾ ਤਰੀਕਾ, ਕੁੱਤਿਆਂ ਬਿੱਲਿਆਂ ਵਾਲਾ, ਇੱਧਰ ਉੱਧਰ ਵੇਖੀ ਜਾਣਾ। ਚਾਰ ਬੰਦਾ ਆਇਆ ਮੱਥਾ ਟੇਕਣ, ਮਾਫ ਕਰਨਾ ਵੀ ਜਾਂ ਤਾਂ ਨੀਂਦ ਹੀ ਨਾ ਛੱਡੇ, ਘਰਦਿਆਂ ਦਾ ਹੀ ਕੁਝ ਸਵਾਰੇ ਕੋਈ ਕੰਮ ਗੁਰੀ ਕਰੇ। ਗੁਰੂ ਘਰ ਵੀ ਆਇਆ ਅਤੇ ਮੋਬਾਇਲ ਕੰਨ ਨੂੰ,
ਅਤੇ ਇਹ ਗੱਲ ਵੱਖਰੀ ਹੈ ਵੀ ਕਈ ਵਾਰ ਸਾਨੂੰ ਵੀ ਚੇਤਾ ਭੁੱਲ ਜਾਂਦਾ ਉਹ ਬੈੱਲ ਬੰਦ ਕਰਨ ਦਾ। ਬੈੱਲ ਖੜਕਦਾ ਪੈਂਦੀ ਆ, ਅਣਜਾਣੇ ਦੇ ਵਿੱਚ ਇਹ ਗਲਤੀ ਹੈ, ਨਹੀਂ ਹੋਣੀ ਚਾਹੀਦੀ, ਪਰ ਹੋ ਜਾਂਦੀ ਹੈ। ਇਹ ਕੋਈ ਵੱਡਾ ਗੁਨਾਹ ਨਹੀਂ ਹੈ, ਪਰ ਉਹਨੂੰ ਮੁੜ ਕੇ ਕੰਨ ਨਾਲ ਲਾ ਕੇ ਕਈ ਮਹਾਰਾਜ ਦੀ ਹਜ਼ੂਰੀ 'ਚ ਹੀ ਫੜ ਕੇ ਫੋਟੋ ਵੇਖੀ ਜਾਣਗੇ, ਉਹੀ ਇਸ਼ਾਰੇ ਕਰੀ ਜਾਣਗੇ। ਤਾਂ ਇਸ ਵਾਸਤੇ ਇਹ ਬਿਲਕੁਲ ਵਿਵਰਜਿਤ ਹੈ। ਸਰਕਾਰੀ ਅਫਸਰਾਂ ਤੋਂ ਡਰਦਿਆਂ ਤਾਂ ਆਪਾਂ ਥਰ ਥਰ ਕੰਬਦੇ ਹਾਂ। ਅੰਬੈਸੀ ਵਾਲੇ ਤਾਂ ਸਭ ਕੁਛ ਹੀ ਲਿਫਾਫੇ 'ਚ ਪਾ ਕੇ ਜਮ੍ਹਾਂ ਕਰਾ ਲੈਂਦੇ ਨੇ। ਫੋਨ ਸੁਣਨਾ ਤਾਂ ਦੂਰ ਦੀ ਗੱਲ, ਨਾਲ ਹੀ ਨਹੀਂ ਬੰਦਾ ਲਿਜਾ ਸਕਦਾ। ਕਿੱਡੀ ਹੈਰਾਨੀ ਦੀ ਗੱਲ ਹੈ। ਉਹ ਬੈਗ 'ਚ ਹੀ ਰੱਖ ਦਿੰਦੇ। ਮੈਂ ਜੇਲ੍ਹ 'ਚ ਜਾਂਦਾ ਹੁੰਦਾ, ਹਾਂਗਕਾਂਗ ਦੀ ਗੱਲ। ਉਹ ਮੁਸਲਮਾਨਾਂ ਦੇ ਕਾਜੀ ਆਉਂਦੇ, ਈਸਾਈਆਂ ਦੇ ਪਾਦਰੀ ਆਉਂਦੇ, ਅਤੇ ਸਾਨੂੰ ਸਿੱਖਾਂ ਵੱਲੋਂ ਗੁਰੂ ਘਰ ਦੇ ਵਿੱਚ ਸਰਕਾਰ ਬਕਾਇਦਾ ਫੰਡ ਭੇਜਦੀ, ਸਾਨੂੰ ਜਾਣਾ ਪੈਂਦਾ। ਮੁੰਡਿਆਂ ਨੂੰ ਸਮਝਾਓ ਇਹ ਸ਼ਰਾਰਤਾਂ ਕਿਉਂ ਕਰਦੇ ਨੇ। ਰਾਹ ਖਹਿੜੇ ਦੇ ਵਿੱਚ ਇੱਕ ਦੂਜੇ ਦੇ ਨਾਲ ਉਲਟੀਆਂ ਸਿੱਧੀਆਂ ਗੱਲਾਂ, ਬੁਰੀ ਨਿਗਾਹ ਅਤੇ ਚੋਰੀਆਂ ਜਾਰੀਆਂ, ਉਪਦਰਵ, ਲੜਾਈ ਝਗੜਾ। ਕਹਿੰਦੇ ਇਹਨਾਂ ਨੂੰ ਅਕਲ ਸਿਖਾਓ, ਸਮਝਾਓ, ਕੋਈ ਸਾਖੀ ਇਹਨਾਂ ਦੇ ਦਿਮਾਗ 'ਚ ਬਿਠਾਓ। ਅੱਧਾ ਪੌਣਾ ਘੰਟਾ ਬਾਣੀ ਦਾ ਪਾਠ ਸੁਣਾਈਦਾ ਸੀ, ਅਤੇ ਹੋਰ ਬਚਨ ਵਿਲਾਸ, ਅਤੇ ਉਹ ਸਾਰਾ ਕੁਛ ਹੀ ਉੱਥੇ ਉਹਨਾਂ ਰਖਾ ਲੈਣਾ। ਕਹਿੰਦੇ ਜੇਬ 'ਚੋਂ ਕੱਢ ਕੇ ਜੋ ਤੁਹਾਡਾ ਪਰਸ ਹੈ, ਜੋ ਮੋਬਾਇਲ ਇੱਥੇ ਰੱਖ ਦਿਓ ਲਿਫਾਫੇ 'ਚ ਪਾ ਕੇ। ਅੰਬੈਸੀ ਜਾਈਦਾ, ਸਭ ਕੁਛ ਹੀ ਬਾਹਰ, ਭਾਵੇਂ ਕੋਈ ਚੁੱਕ ਕੇ ਲੈ ਜੇ। ਅਤੇ ਜਦ ਅਸੀਂ ਗੁਰੂ ਘਰ ਆਉਂਦੇ ਹਾਂ ਅਤੇ ਸਾਨੂੰ ਮਹਾਰਾਜ ਦਾ ਫਿਰ ਭੈ ਨਹੀਂ ਹੈ। ਅਸੀਂ ਗੁਰੂ ਸਾਹਿਬ ਨੂੰ ਕੁਛ ਮੰਨਦੇ ਨਹੀਂ ਹਾਂ। ਦੁਨੀਆ ਅੱਗੇ ਤਾਂ ਆਪਾਂ ਚੱਪਲਾਂ ਲਾ ਕੇ ਵੀ ਅੰਦਰ ਜਾਣ ਨੂੰ ਤਿਆਰ ਹਾਂ, ਅਤੇ ਹੱਥ ਜੋੜ ਕੇ, ਅਤੇ ਮਾਈ ਬਾਪ ਕਹਿੰਦੇ ਆ ਬੜੀ ਨਿਮਰਤਾ ਦੇ ਵਿੱਚ, ਜੋ ਕਹਿੰਦੇ ਆ ਸੱਤ ਬਚਨ ਜੀ। ਪਰ ਗੁਰੂ ਘਰ ਦਾ ਨਿਯਮ, ਜੇ ਕੋਈ ਪਹਿਰੇਦਾਰ ਨੇ ਬਚਨ ਕਰ ਦਿੱਤਾ ਤਾਂ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਸਤਿਗੁਰੂ ਰਹਿਮਤ ਕਰਨ। ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜੋ ਵੀ ਕੁਛ ਆਪਣੀ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਆਪਣਾ ਦੁੱਖ ਸੁਣਾਉਣਾ ਹੈ, ਕੋਈ ਪੈਸਾ ਦੇ ਸਕਦਾ ਹੈ, ਘਰ-ਬਾਰ 'ਚ ਨਿਵਾਸ ਕਰਾ ਸਕਦਾ ਹੈ, ਪਰ ਮਨ ਦੀ ਸ਼ਾਂਤੀ, ਮਨ ਦਾ ਸੁੱਖ ਗੁਰੂ ਘਰ ਆਉਣ ਤੋਂ ਪ੍ਰਾਪਤ ਹੋਏਗਾ। ਇਸ ਲਈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਅਰਦਾਸ ਕਰੀ ਪ੍ਰਭ ਆਪਣੇ ਆਗੇ। ਇਹ ਪਰਮੇਸ਼ਰ, ਮੈਂ ਤੈਨੂੰ ਆਪਣਾ ਜਾਣ ਕੇ ਤੇਰੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ। ਸੁਣ ਸੁਣ ਜੀਵਾ ਤੇਰੀ ਬਾਣੀ। ਇਹ ਪ੍ਰਮਾਤਮਾ, ਮੈਂ ਤੇਰੀ ਜਸ ਰੂਪ ਅੰਮ੍ਰਿਤ ਬਾਣੀ ਨੂੰ ਸ਼ਰਧਾ ਅਤੇ ਭਰੋਸੇ ਰੂਪ ਕੰਨਾਂ ਨਾਲ ਸੁਣ ਸੁਣ ਕੇ ਹੀ ਜਿਉਂਦਾ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਮੈਨੂੰ ਆਪ ਦੀ ਬਾਣੀ ਦਾ ਹੀ ਆਸਰਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਚਰਨ ਤੋੜਾ ਤੇਰੇ ਜਨ ਕੀ ਹੋਵਾ। ਇੰਨੀ ਮੇਰੇ ਮਨ 'ਚ ਨਿਮਰਤਾ ਹੋਵੇ ਕਿ ਮੈਂ ਤੇਰੇ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜੀ ਹੋਣਾ ਕਰਾਂ। ਸੋ ਆਪਾਂ ਪੈਸੇ ਖਾਤਰ ਲਾਲਚ ਵਿੱਚ ਤਾਂ ਅਫਸਰਾਂ ਨੂੰ ਸਾਹਿਬ ਕਹਿੰਦੇ ਆ। ਯੈਸ ਸਰ, ਦੱਸੋ ਸਰ ਜੀ ਕਿਆ ਹੁਕਮ ਹੈ। ਅਤੇ ਪਰ ਗੁਰਸਿੱਖਾਂ ਦੇ ਵੱਲ ਅਸੀਂ ਬਿਨਾਂ ਕਾਰਨ ਤੋਂ ਹੀ ਨਾਰਾਜ਼ਗੀ ਪ੍ਰਗਟ ਕਰਦੇ ਹਾਂ। ਇਸ ਲਈ ਸੋ ਜਿਹਦੇ ਕੋਲੋਂ ਕੁਛ ਪ੍ਰਾਪਤ ਹੋਣਾ ਹੈ, ਬੇਵਜ੍ਹਾ ਹੀ ਉਹਦੇ ਪਿੱਛੇ ਪਿੱਛੇ ਜਾਂਦੇ ਹਾਂ। ਪਰ ਮਹਾਰਾਜ ਤੇਰੀ ਸੰਗਤ ਅੱਗੇ ਅਸੀਂ ਆਪ ਦਾ ਗੁੱਸਾ ਜ਼ਾਹਰ ਕਰਦੇ ਹਾਂ। ਬੇਵਜ੍ਹਾ ਹੀ ਅਸੀਂ ਨਿਮਰਤਾ ਕਰੀਏ ਤੇਰੀ ਸੰਗਤ ਦੇ ਚਰਨਾਂ ਵਿੱਚ, ਤੇਰੇ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਹੋਣਾ ਕਰੀਏ। ਤੇਰੇ ਦਰਸ਼ਨ ਕਉ ਬਲ ਜਾਈ। ਭਾਵ ਅਤਿਅੰਤ ਨਿਮਰਤਾਵਾਨ ਅਸੀਂ ਹੋਈਏ, ਤੇਰੇ ਦਰਸ਼ਨ ਦਿਦਾਰਿਆਂ ਤੋਂ ਸਦਾ ਹੀ ਬਲਿਹਾਰ, ਸਦਾ ਹੀ ਕੁਰਬਾਨ ਜਾਈਏ। ਅੰਮ੍ਰਿਤ ਬਚਨ ਹਿਰਦੈ ਉਰ ਤਾਰੀ। ਅੰਮ੍ਰਿਤ ਕਰਨ ਵਾਲੇ ਤੇਰੇ ਬਚਨ ਹੈ, ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੀਏ। ਤਉ ਕਿਰਪਾ ਤੇ ਸੰਗ ਪਾਈ। ਤੇਰੀ ਕਿਰਪਾ ਮਿਹਰ ਤੋਂ ਹੀ
ਗੁਰਮੁਖ ਜਨਾਂ ਦਾ ਸੰਗ ਸਾਥ ਪਾਈਦਾ ਹੈ। ਅੰਤਰ ਕੀ ਗਤ ਤੁਧ ਪਹਿਸਾਰੇ, ਹੇ ਮਹਾਰਾਜ ਮੇਰੇ ਅੰਦਰ ਦੀ ਹਾਲਤ ਤੇਰੇ ਪਾਸ ਹੀ ਕਹਿਣੀ ਬਣਦੀ ਹੈ। ਤੁਧ ਜੀ ਵਡਿਆਵਰ ਨ ਕੋਈ, ਤੇਰੇ ਜਿੱਡਾ ਵੱਡਾ ਹੋਰ ਕੋਈ ਸਮਰੱਥ ਨਹੀਂ ਹੈ। ਜਿਸ ਨੂੰ ਲਾਏ ਲਹੈ ਸੋ ਲਾਗੈ, ਜਿਹਨੂੰ ਤੂੰ ਆਪਣੇ ਨਾਮ ਭਗਤੀ ਵਿੱਚ ਲਾ ਲੈਂਦਾ ਉਹੀ ਨਾਮ ਭਗਤੀ ਵਿੱਚ ਲੱਗਦਾ ਹੈ। ਭਗਤ ਤੁਹਾਰਾ ਸੋਈ, ਔਰ ਉਹੀ ਤੇਰਾ ਅਸਲੀ ਭਗਤ ਹੈ। ਕਹਿਣ ਮੁਤਾਬਕ ਤਾਂ ਅਸੀਂ ਸਾਰੇ ਹੀ ਗੁਰਸਿੱਖ ਭਗਤ ਹਾਂ, ਪਰ ਜਿਹਨੂੰ ਤੂੰ ਆਪ ਨਾਮ ਭਗਤੀ ਚ ਲਾਉਂਦਾ ਉਹ ਤੇਰਾ ਭਗਤ ਹੈ। ਦੋਇ ਕਰ ਜੋੜਾ ਮੰਗੋ ਇੱਕ ਦਾਨਾ, ਮੈਂ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਪਾਸੋਂ ਇੱਕ ਦਾਨ ਮੰਗਦਾ। ਇਹ ਗੁਰਸਿੱਖਾ ਕੀ ਦਾਨ ਮੰਗਦਾ ਹੈ? ਦੱਸ ਕੀ ਤੈਨੂੰ ਚਾਹੀਦਾ? ਸਾਹਿਬਾ ਤੁਠੈ ਪਾਵਾ, ਪਰ ਹੇ ਮਾਲਕ ਮੈਨੂੰ ਬਚਨ ਦੇ ਕਿ ਤੂੰ ਪ੍ਰਸੰਨ ਹੋ ਕੇ ਮੈਨੂੰ ਦਾਨ ਪਾ ਦੇਵੇਂਗਾ। ਮੇਰੇ ਮਨ 'ਚ ਨਿਸ਼ਚਾ ਹੈ ਕਿ ਤੂੰ ਪ੍ਰਸੰਨ ਹੋਇਆ ਹੀ ਇਹ ਦਾਨ ਪਾ ਸਕਦਾ ਹੈ। ਮਹਾਰਾਜ ਕਹਿੰਦੇ ਦੱਸ ਤਾਂ ਸਹੀ ਕੀ ਚਾਹੁੰਦਾ ਹੈ? ਦੁੱਧ ਚਾਹੀਦਾ, ਕੋਈ ਮਾਇਆ ਤੇਲਾ, ਕੋਈ ਜ਼ਮੀਨ ਜਾਇਦਾਦ, ਕੁਛ ਵੀ ਲੀੜਾ ਕੱਪੜਾ, ਕੁਛ ਵੀ ਤੈਨੂੰ ਚਾਹੀਦਾ, ਦੱਸ ਕਿਹੜਾ ਦਾਨ ਤੂੰ ਮੰਗਦਾ ਹੈ? ਸਾਹਿਬ ਤੁਠੈ ਪਾਵਾ, ਇਹ ਮਹਾਰਾਜ ਤੇਰੇ ਪ੍ਰਸੰਨ ਹੋਇਆ ਮੈਂ ਦਾਨ ਪਾਵਾਂ। ਸਾਸ ਸਾਸ ਨਾਨਕ ਆਰਾਧੇ, ਤਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੀ ਮਹਾਰਾਜ ਮੇਰੀ ਝੋਲੀ ਇਹ ਦਾਨ ਬਾ, ਹੋਰ ਤਾਂ ਆਪ ਦਾ ਦਿੱਤਾ ਸਭ ਕੁਛ ਹੈ। ਬਿਨਾਂ ਹੀ ਮੰਗਣ ਤੋਂ ਜੋ ਸੋਚਿਆ ਵੀ ਨਹੀਂ ਉਹ ਵੀ ਦਿੱਤਾ ਹੈ। ਮੇਰਾ ਮਨ ਜਿਹੜਾ ਹੈ ਉਹ ਵਾਹਿਗੁਰੂ ਨਾਮ ਦੇ ਵਿੱਚ ਨਹੀਂ ਲੱਗਦਾ ਹੈ। ਕਿਰਪਾ ਕਰੋ ਹਰੇਕ ਸਵਾਸ ਆਉਂਦਿਆਂ ਤੇ ਜਾਂਦਿਆਂ ਮੈਂ ਤੇਰਾ ਆਰਾਧਨ ਕਰਾਂ, ਤੇਰਾ ਸਿਮਰਨ ਕਰਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਿਮਰਨਾ ਮੈਂ ਤੇਰੇ ਘਰ ਵਿੱਚੋਂ ਪਾਵਾਂ। ਆਠ ਪਹਿਰ ਗੁਣ ਗਾਵਾ, ਜੇ ਮਹਾਰਾਜ ਕਹਿਣ ਵੀ ਤੂੰ ਬੈਠਾ ਤਾਂ ਹੋਇਆ ਹੈ ਤੇ ਸਿਮਰਨ ਹੀ ਕਰ ਰਿਹਾ ਹੈ, ਹੋਰ ਕੀ ਚਾਹੁੰਦਾ ਹੈ? ਮਹਾਰਾਜ ਘੜੀ ਘੰਟਾ ਹੀ ਆ ਬਸ, ਉਸ ਤੋਂ ਬਾਅਦ ਸਾਡਾ ਮਨ ਫਿਰ ਉਟਕ ਜਾਂਦਾ ਹੈ, ਦੁਨਿਆਵੀ ਧੰਦਿਆਂ ਵਿਵਹਾਰਾਂ ਵਿੱਚ ਭੁੱਲ ਜਾਂਦਾ ਹੈ। ਅੱਠੇ ਪੈਰ ਅਸੀਂ ਤੇਰੇ ਹੀ ਗੁਣ ਗਾਉਂਦੇ ਰਹੀਏ, ਜਾਂ ਤਾਂ ਤੇਰੀ ਬਾਣੀ ਪੜ੍ਹਦੇ ਰਹੀਏ, ਜਾਂ ਤੇਰਾ ਵਾਹਿਗੁਰੂ ਨਾਮ ਜਾਂ ਮੂਲ ਮੰਤਰ ਦਾ ਭਜਨ ਸਿਮਰਨ, ਜਾਂ ਤੇਰੇ ਘਰ ਦੀ ਸੇਵਾ ਕਰਦੇ ਰਹੀਏ। ਕਦੀ ਸਾਨੂੰ ਵਿਹਲੇ ਨਾ ਰਹਿਣ ਦੇਈ। ਹਮੇਸ਼ਾ ਅਸੀਂ ਸੇਵਾ ਅਤੇ ਸਿਮਰਨ ਅਤੇ ਬਾਣੀ ਵਿੱਚ ਰੁੱਝੇ ਰਹੀਏ, ਜਿਸ ਨਾਲ ਸਾਡਾ ਮਨ ਤੇਰੇ ਚਰਨਾਂ ਵਿੱਚ ਜੁੜਿਆ ਰਹੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੋਹੀ ਮਹੱਲਾ ਪੰਜਵਾ, ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੇਈ। ਇੱਕ ਦਾਨ ਮੰਗੈ ਨਾਨਕ ਵਿਚਾਰਾ। ਸੋ ਮਹਾਰਾਜ ਮੈਂ ਕਿਆ ਮੰਗੋ ਕਿਸ ਤਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੋ, ਦੇਹ ਆਪਣਾ ਨਾਮ। ਕਿਰਪਾ ਕਰਕੇ ਆਪਣਾ ਨਾਮ ਬਖਸ਼। ਹੋਰ ਤਾਂ ਆਪਾਂ ਪੈਸੇ ਨਾਲ ਹਵਾਈ ਜਹਾਜ਼ ਵੀ ਖਰੀਦ ਸਕਦੇ ਹਾਂ, ਬੰਦੇ ਹੀ ਚਲਾਉਂਦੇ ਨੇ ਅਤੇ ਬੰਦਿਆਂ ਕੋਲ ਹੁੰਦੇ ਨੇ। ਕੋਈ ਵੱਡੀ ਗੱਲ ਨਹੀਂ ਹੈ ਹਵਾਈ ਜਹਾਜ਼ ਖਰੀਦਣਾ, ਅਤੇ ਪਰ ਇੱਕ ਵਾਹਿਗੁਰੂ ਦਾ ਨਾਮ ਨਹੀਂ ਜੇ ਮਿਲਦਾ, ਪੈਸੇ ਨਾਲ ਨਹੀਂ ਮਿਲਦਾ, ਗੁਰੂ ਘਰ ਤੋਂ ਬਗੈਰ। ਬਾਜ਼ਾਰ ਦੇ ਵਿੱਚ ਹਰੇਕ ਚੀਜ਼ ਅਵੇਲੇਬਲ ਹੈ, ਪੈਸੇ ਖਰਚੋ, ਜਿਹੜੀ ਮਰਜ਼ੀ ਚੀਜ਼ ਖਾ ਲਓ, ਜਿਹੜੀ ਮਰਜ਼ੀ ਚੀਜ਼ ਹੰਡਾ ਲਓ, ਜੋ ਮਰਜ਼ੀ ਘਰ ਨੂੰ ਲੈ ਜਾਓ, ਪਰ ਇੱਕ ਵਾਹਿਗੁਰੂ ਦਾ ਨਾਮ ਹੈ ਜੋ ਕਿ ਸ਼ਰਧਾ ਪਿਆਰ ਸੰਯੁਕਤ ਸਤਿਗੁਰੂ ਦੇ ਪ੍ਰਸੰਨ ਹੋਣ ਤੋਂ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਤਰਲੇ ਮਿੰਨਤਾਂ ਕਰਨ ਤੋਂ ਪ੍ਰਾਪਤ ਹੁੰਦਾ ਹੈ। ਹੋਰ ਜਿੰਨਾ ਮਰਜ਼ੀ ਕੋਈ ਮੰਤਰੀ ਅਮੀਰ ਬੰਦਾ ਹੋਏ ਉਹ ਇਹ ਨਾਮ ਨਹੀਂ ਦੇ ਸਕਦਾ ਹੈ। ਇਸ ਲਈ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਬਣਦੀ ਹੈ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਆ ਕਥਾ ਕਿਤੇ ਕੀਰਤਨ ਦੀਆਂ ਦਾਤਾਂ
ਸਕੂਲਾਂ ਕਾਲਜਾਂ 'ਚ ਜਾਂ ਹੋਰ ਜਗ੍ਹਾ ਕਿਤੇ ਕੋਈ ਟਿਊਸ਼ਨ ਫੀਸ ਦੇ ਕੇ ਕੁਛ ਨਹੀਂ ਇਹ ਚੀਜ਼ ਮਿਲਦੀ। ਇਹ ਤਾਂ ਫਰੀ ਖਾਤੇ ਮਹਾਰਾਜ ਦੀ ਬਖਸ਼ਿਸ਼, ਗੋਡ ਗਿਫਟ, ਵਾਹਿਗੁਰੂ ਦੀ ਪ੍ਰਸੰਨਤਾ ਦੀ ਨਿਸ਼ਾਨੀ ਹੈ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਸਿੱਖ ਸਿਖਾਓ ਕਿ ਬਥੇਰੇ ਤੁਰੇ ਫਿਰਦੇ, ਮਹਾਰਾਜ ਟਾਈਮ ਹੀ ਨਹੀਂ ਦਿੰਦਾ। ਅਤੇ ਇਸ ਵਾਸਤੇ ਇਹ ਬੋਲਣ ਦਾ ਟਾਈਮ ਹੀ ਨਹੀਂ ਦਿਓ ਆਪਦੇ ਚਰਨਾਂ, ਫਿਰ ਕਰਾਂਗੇ ਵੀ ਕੀ। ਤੋ ਇਸ ਲਈ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਮਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੋਹੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੋਹੀ ਰਾਗ ਦੇ ਵਿੱਚ ਪਾਵਨ ਉਪਦੇਸ਼ ਬਖਸ਼ਦੇ ਨੇ। ਜਿਸ ਕੇ ਸਿਰ ਉਪਰ ਤੂੰ ਸੁਆਮੀ। ਇਹਦੇ ਅਰਥ ਮੈਂ ਕੁਛ ਕੁ ਕਿਤਾਬਾਂ ਤੋਂ ਵੱਖਰਾ ਜਾ ਕੇ ਜੋ ਮੈਨੂੰ ਸਮਝ ਆਈ ਹੈ, ਤੁਹਾਨੂੰ ਭਾਵੇਂ ਚੰਗੇ ਲੱਗਣ ਜਾਂ ਨਾ ਲੱਗਣ, ਮੈਂ ਕੁਝ ਕੁ ਵੱਖਰੇ ਕਰਦਾ। ਸਭ ਤੋਂ ਪਹਿਲਾਂ ਜੋ ਮੈਨੂੰ ਇਹ ਸਮਝ ਆਈ ਪੰਕਤੀ ਦੀ, ਅਤੇ ਇੰਨੀ ਕੁ ਸਮਝ ਆਈ ਹੈ। ਮਹਾਰਾਜ ਕਹਿੰਦੇ ਨੇ ਜਿਸ ਕੇ ਉੱਪਰ ਸਿਰ ਉੱਪਰ ਤੂੰ ਸੁਆਮੀ। ਸਾਡਾ ਸੁਆਮੀ ਮਾਲਕ ਕੌਣ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਤੇ ਸਾਡੀ ਡਿਊਟੀ ਕੀ ਹੈ? ਗੁਰੂ ਸਾਹਿਬ ਦੀ ਸੇਵਾ। ਆਪਾਂ ਅੰਮ੍ਰਿਤ ਛਕਿਆ, ਬਾਣਾ ਪਾਇਆ, ਗੁਰਦੁਆਰੇ 'ਚੋਂ ਪੈਸੇ ਲੈਂਦੇ ਆ। ਸੰਗਤ ਸਾਨੂੰ ਸਤਿਕਾਰ ਕਾਹਦੇ ਲਈ ਦਿੰਦੀ? ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ। ਅਤੇ ਫਿਰ ਸਾਡਾ ਫਰਜ਼ ਕੀ ਬਣਦਾ? ਦੋ ਫਰਜ਼ ਨੇ, ਇੱਕ ਤਾਂ ਮਹਾਰਾਜ ਦਾ ਪ੍ਰਕਾਸ਼ ਕਰਨਾ, ਦੂਜਾ ਸੁੱਖ ਆਸਨ ਕਰਨਾ। ਬਾਬੇ ਕੀ ਕਰਦੇ ਨੇ? ਮਾੜਾ ਜਿਹਾ ਸੁਰ ਆ ਜਾਂਦੀ ਹੈ, ਚਾਰ ਅੱਖਰ ਬੋਲਣੇ ਆ ਜਾਂਦੇ ਨੇ। ਮੈਂ ਕਈਆਂ ਨੂੰ ਵੇਖਿਆ ਆਉਂਦੇ ਨੇ ਭੱਜੇ ਭੱਜੇ ਸਟੇਜ ਦੇ ਮਗਰ ਹੀ ਗੱਡੀ ਬਿਲਕੁਲ ਨਾਲ ਹੀ ਲਾ ਦਿੰਦੇ। ਦੂਜਿਆਂ ਨੂੰ ਤਾਂ ਸੇਵਾਦਾਰ ਪਰੇ 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 ਜੋੜੇ ਵੀ ਪਤਾ ਨਹੀਂ ਸ਼ਹਿਰ ਤੋਂ ਬਾਹਰ ਹੀ ਕਹਿੰਦੇ ਲਾ ਕੇ ਆਓ, ਉਹਨਾਂ ਨੂੰ ਪੈਡ ਵਿਛਾ ਕੇ ਦੇਣਾ, ਕਿਸੇ ਨੇ ਗੱਡੀ ਨਹੀਂ ਰੋਕਣੀ। ਆਉਂਦਿਆਂ ਹੀ ਆਪਦੀ ਸਾਜ਼-ਬਾਜ਼ ਬਿਲਕੁਲ ਨਾਲ ਹੀ ਲਾ ਕੇ, ਜਰਾਬਾਂ ਵੀ ਨਹੀਂ ਲਾਉਣੀਆਂ, ਜੁੱਤੀ ਵੀ ਗੱਡੀ 'ਚ ਹੀ, ਅਤੇ ਠੁੱਕ ਠੁੱਕ ਠਾ ਠਾ ਡੰਮ ਡੰਮ ਠਾ ਠਾ ਕਰਕੇ, ਅਤੇ ਸਮਾਪਤੀ ਕਰਦਿਆਂ ਸਾਰੀ ਮੁੜ ਕੇ ਗੱਡੀ 'ਚ ਬਹਿਣਾ ਅਤੇ ਟੀ ਟੀ ਮੀ ਮੀ ਕਰਕੇ ਫਿਰ ਜਿੱਦਾਂ ਫਾਇਰ ਬ੍ਰਿਗੇਡ ਆਈ ਅੱਗ ਬੁਝਾ ਕੇ ਚਲੀ ਗਈ। ਮਾਫ ਕਰਨਾ। ਨਾ ਤਾਂ ਸਮੇਂ ਸਿਰ ਆਉਣਾ, ਜਿੰਨਾ ਚਿਰ ਸੰਗਤਾਂ ਨੇ ਵੇਖਣ ਨਹੀਂ ਲੱਗ ਪੈਣਾ, ਜਾਣ ਬੁੱਝ ਕੇ ਸਮੇਂ ਤੋਂ ਲੇਟ ਨਾ ਆਪਾਂ ਕਹਿ ਸਕਦੇ ਕਿਉਂਕਿ ਬਾਬੇ ਜੂ ਹੋਏ। ਅਤੇ ਨਾ ਉੱਥੇ ਘੜੀ ਖਲੋਣਾ ਵੀ ਅਰਦਾਸ ਤੁਹਾਨੂੰ ਕੀ ਤੰਗ ਕਰਦੀ ਹੈ, ਕੋਈ ਦੁਖੀ ਕਰਦੀ ਹੈ। ਦੂਜਿਆਂ ਨੂੰ ਤਾਂ ਕਹਿਣਾ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਵੋ ਜੀ, ਮਹਾਰਾਜ ਦੀ ਭਗਤੀ ਕਰੋ ਜੀ। ਅਤੇ ਜਿਹੜੇ ਪ੍ਰਚਾਰਕ ਨੇ ਰਾਗੀ ਟਾਢਿਓ ਕਦੀ ਅਰਦਾਸ ਤੋਂ ਨਹੀਂ ਸੁਣਦਾ ਦਿਖਾ ਦਿਓ ਕੋਈ, ਜਾਂ ਕੋਈ ਹੁਕਮਨਾਮਾ ਕੋਈ ਬਹਿ ਕੇ ਪਿਆਰ ਨਾਲ ਸੁਣਦਾ ਹੋਵੇ। ਲੋਕ ਦੂਰ ਆਉਣਗੇ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਕਰਦੇ, ਸ਼ਰਧਾ ਨਾਲ ਸੁਣਨਗੇ, ਅਤੇ ਅਸੀਂ ਲੋਕ ਨਹੀਂ। ਫਿਰ ਮਹਾਰਾਜ ਦੇ ਸੁੱਖ ਆਸਣ 'ਚ ਕੌਣ ਹਾਜ਼ਰੀ ਭਰਦਾ ਦੱਸੋ? ਵੱਡੀਆਂ ਵੱਡੀਆਂ ਪਰਾਤਾਂ ਕੜਾਹ ਪ੍ਰਸ਼ਾਦੀਆਂ ਬਣਾ ਲਈਦੀਆਂ, ਮੁੜ ਕੇ ਜਦੋਂ ਵਰਤਾਈ ਦਾ ਉਦੋਂ ਸਾਰੇ ਹੀ ਭੱਜ ਜਾਂਦੇ ਘਰਾਂ ਨੂੰ, ਬੈਠੇ ਰਹੋ। ਤੋ ਵੈਸੇ ਚਾਹੀਦਾ ਇਹ ਆ ਵੀ ਪ੍ਰਸ਼ਾਦ ਨੂੰ ਆਉਂਦਿਆਂ ਹੀ ਭੋਗ ਲਵਾ ਦਿਓ, ਗੇਟ 'ਤੇ ਰੱਖ ਲਓ। ਜਿਹਨੇ ਜਾਣਾ ਆਪਦੇ ਘਰ ਪ੍ਰਸ਼ਾਦ ਤਾਂ ਘੱਟੋ ਘੱਟ ਲੈ ਜਾਓ। ਸੁੱਖ ਆਸਣ ਦੇ ਕੋਈ ਹਾਜ਼ਰੀ ਨਹੀਂ ਭਰਦਾ। ਇਹ ਦੱਸੋ ਕਿੰਨਾ ਕੁ ਮਹਾਰਾਜ ਦਾ ਆਪਾਂ ਸਤਿਕਾਰ ਕਰਦੇ ਹਾਂ, ਕਿੰਨੀ ਕੁ ਚੰਗੀ ਗੱਲ ਹੈ। ਅਸੀਂ ਕੋਈ ਅਫਸਰ ਥੋੜ੍ਹੋ ਹਾਂ, ਕੋਈ ਸਾਹਿਬ ਥੋੜ੍ਹੋ ਹਾਂ ਵੀ ਸਾਡੇ ਆਉਣ ਤੋਂ ਪਹਿਲਾਂ ਮਹਾਰਾਜ ਬੈਠਾ ਹੋਏ ਅਤੇ ਅਸੀਂ ਆਪ ਦਾ ਕੰਮ ਕਰਕੇ ਤੁਰ ਜਾਈਏ ਅਤੇ ਮਹਾਰਾਜ ਮੂੰਹ ਲਵੇਂਦਾ ਰਹੇ। ਜਦੋਂ ਸਾਰੇ ਜਾਣ ਫਿਰ ਮਹਾਰਾਜ ਦਾ ਸਰੂਪ ਦੱਸੋ। ਹੁੰਦਾ ਕਿ ਨਹੀਂ ਇਸ ਤਰ੍ਹਾਂ? ਕਿਤੇ ਘਰ 'ਚ ਕੋਈ ਭੋਗ ਪਾਉਣਾ, ਕੋਈ ਸੁਖਮਨੀ ਸਾਹਿਬ ਦਾ ਪਾਠ ਹੈ, ਕੋਈ ਅਖੰਡ ਪਾਠ, ਕੋਈ ਸਹਿਜ ਪਾਠ, ਤੁਸੀਂ ਦੱਸੋ। ਵਿਆਹ ਵਾਲੇ ਦਿਨ ਬਾਬੇ ਸੁੱਕਣੇ ਪਏ ਰਹਿੰਦੇ, ਉਹਦੇ ਗਲ 'ਚ ਪਰਨਾ ਪਾ ਕੇ ਖੜ੍ਹੇ ਰਹਿੰਦੇ, ਬਰਾਤ ਹੀ ਨਹੀਂ ਆਉਂਦੀ। ਕਿੰਨਾ ਕੁ ਆਪਾਂ ਮਹਾਰਾਜ ਦਾ ਸਤਿਕਾਰ ਕਰਦੇ ਹਾਂ। ਫਿਰ ਕਹਿੰਦੇ ਸਭ ਸਿੱਖਣ ਕੋ ਗੁਰੂ ਮਾਨਿਓ ਗ੍ਰੰਥ। ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ। ਅਤੇ ਇਸ ਵਾਸਤੇ ਇਸ ਪੰਕਤੀ ਦੇ ਕੀ ਅਰਥ ਹਨ? ਅਸੀਂ ਦੁਖੀ ਕਿਉਂ ਹਾਂ, ਪਰੇਸ਼ਾਨ ਕਿਉਂ ਹਾਂ, ਸਾਡਾ ਮਨ ਸੁਖੀ ਕਿਉਂ ਨਹੀਂ ਆ, ਸਾਨੂੰ ਫਿਰ ਵੀ ਚਿੰਤਾ ਕਿਉਂ ਖਾਈ ਜਾ ਰਹੀ ਹੈ, ਕਿਉਂ ਸਾਡਾ ਮਨ ਕਾਹਲਾ ਪੈਂਦਾ ਹੈ, ਬਰਕਤ ਕਿਉਂ ਨਹੀਂ ਸਾਡੇ ਹੱਥਾਂ ਦੇ ਵਿੱਚ, ਬਖਸ਼ਿਸ਼ ਕਿਉਂ ਨਹੀਂ ਹੈ,
ਕਾਰਨ ਕੀ ਹੈ ਵੀ ਆਪਾਂ ਮਹਾਰਾਜ ਦਾ ਸਤਿਕਾਰ ਨਹੀਂ ਕਰਦੇ, ਗੁਰੂ ਸਾਹਿਬ ਦੀ ਸੇਵਾ ਸ਼ਰਧਾ ਭਾਵਨਾ ਨਹੀਂ ਕਰਦੇ। ਕੋਈ ਮਜਬੂਰੀ ਹੋ ਸਕਦੀ ਹੈ, ਤੋ ਕੋਈ ਡਿਊਟੀ ਦਾ ਅੱਗਾ ਪਿੱਛਾ ਕੁਛ ਵੀ ਹੈ, ਸਰੀਰਕ ਪ੍ਰੋਬਲਮ ਹੈ, ਬੰਦਾ ਖੜ ਨਹੀਂ ਸਕਦਾ, ਉਹ ਗੱਲ ਵੱਖਰੀ ਹੈ। ਪਰ ਜੇ ਨਾਰਮਲ ਸਭ ਕੁਛ ਹੈ ਤੇ ਨਿਤਨੇਮ ਹੈ, ਸਭ ਕੁਛ ਹੈ, ਤੇ ਆਪਾਂ ਮਹਾਰਾਜ ਦੇ ਸੁੱਖ ਆਸਣ ਤੋਂ ਬਗੈਰ ਹੀ ਭੱਜ ਜਾਈਏ, ਗੁਰੂ ਸਾਹਿਬ ਪ੍ਰਕਾਸ਼ ਹੋਣ ਤੇ ਆਪਾਂ ਜਾ ਕੇ ਬੈੱਡ ਤੇ ਸੁੱਤੇ ਹੋਈਏ, ਰੁਪਈਏ ਸਾਨੂੰ ਮਿਲਦੇ ਨੇ ਗ੍ਰੰਥੀ ਦੀ ਸੇਵਾ ਦੇ, ਆਪਾਂ ਸੁੱਤੇ ਹੋਈਏ, ਮਹਾਰਾਜ ਜਾਗਦਾ ਹੋਵੇ, ਉਧਰੋਂ ਸੁੱਤੇ ਹੋਈਏ, ਉਧਰੋਂ ਮਹਾਰਾਜ ਆ ਕੇ ਪ੍ਰਕਾਸ਼ ਹੋ ਜਾਏ, ਤੇ ਦੱਸੋ ਕਾਹਦੀ ਡਿਊਟੀ ਹੈ, ਕਾਹਦਾ ਸਤਿਕਾਰ ਹੈ। ਸੰਤ ਕਰਤਾਰ ਸਿੰਘ ਨੂੰ ਪੁੱਠਾ ਸੁੱਟਿਆ ਸੀ ਇੱਕ ਵਾਰ ਗੁਰੂ ਜੀ ਮਹਾਰਾਜ ਨੇ, ਭਿੰਡਰਾਂ ਵਾਲੇ ਸੰਤ ਟਕਸਾਲ ਦੇ 13ਵੇਂ ਮੁਖੀ। ਆਖਿਆ ਪੁੱਤ ਤੂੰ ਲੰਮੇ ਪੈ ਗਿਆ, ਮੇਰਾ ਤੂੰ ਸੁੱਖ ਆਸਣ ਚੱਲ। ਉੱਥੇ ਬਰਸੀ ਦਾ ਸਮਾਗਮ ਸੀਗਾ ਤੇ ਮਹਾਂਪੁਰਖ ਚਿੱਟਾ ਚਾਦਰਾ ਲੈ ਕੇ ਬਿਰਾਜਮਾਨ ਹੋ ਗਏ। ਰਾਤ ਦੇ 12 ਕੁ ਵਜੇ ਬੰਦੇ ਨੂੰ ਆਲਸ ਆ ਜਾਂਦਾ, 2 ਵਜੇ ਫਿਰ ਉੱਠਣਾ ਸੀਗਾ, 2 ਘੰਟੇ ਦੀ ਰੈਸਟ ਹੈ। ਤੇ ਜਦ ਉਹਨੂੰ ਕੰਨਾਂ 'ਚ ਆਵਾਜ਼ ਦਿੱਤੀ, ਪੁੱਠਾ ਸੁੱਟਿਆ, ਅੱਬੜਵਾਏ ਉੱਠੇ, ਭੱਜੇ ਉੱਥੋਂ, ਗਲ 'ਚ ਪਰਨਾ ਪਾ ਕੇ, ਕਹਿੰਦੇ ਆਓ ਸੰਗੋ ਭਾਈ ਅਰਦਾਸਾ ਸੋਧਿਆ, ਮਹਾਰਾਜ ਮਾफ़ ਕਰਨਾ। ਉਸ ਦਿਨ ਤੋਂ ਨਿਯਮ ਬਣਾ ਦਿੱਤਾ, ਭਾਵੇਂ ਕੋਈ ਅਖੰਡ ਕੀਰਤਨ ਹੈ, ਬਰਸੀ ਦਾ ਸਮਾਗਮ ਹੈ, ਕਿੰਨਾ ਮਰਜ਼ੀ ਕੋਈ ਪ੍ਰੋਗਰਾਮ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਅਵਸ਼ 12 ਵਜੇ ਤੋਂ 5 ਮਿੰਟ ਪਹਿਲਾਂ ਹੋਣਾ ਚਾਹੀਦਾ। ਤੇ ਭਾਵੇਂ ਪ੍ਰਕਾਸ਼ ਘੰਟੇ ਬਾਅਦ ਕਰ ਲਓ, ਸੁੱਖ ਆਸਣ ਵਾਲੇ ਰੂਮ 'ਚ ਭਾਵੇਂ ਨਾ ਲੈ ਕੇ ਜਾਓ, ਪਰ ਸੁੱਖ ਆਸਣ ਕਰਨਾ ਲਾਜ਼ਮੀ ਹੈ। ਲੋਕ ਜਾਗਦੇ ਹੋਣ, ਕੀਰਤਨ ਹੁੰਦਾ ਹੋਏ, ਮੁਬਾਰਕਾਂ ਨੇ। ਤੁਸੀਂ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਵੇਖੋ, ਅੱਧੀ ਰਾਤ ਸੰਗਤ ਉੱਠ ਕੇ ਬਹਿ ਜਾਂਦੀ, 2:30 ਵਜੇ ਕੀਰਤਨ ਸ਼ੁਰੂ ਹੁੰਦਾ, ਪਰ ਮਹਾਰਾਜ ਆਪਦੇ ਟਾਈਮ ਸਿਰ ਆਉਂਦੇ ਨੇ ਭਰੀ ਸੰਗਤ ਦੇ ਵਿੱਚ। ਕਿੰਨੇ ਵਾਜੇ ਵਜੇ ਵੱਜਦੇ, ਕਿੰਨਾ ਸਤਿਨਾਮ ਵਾਹਿਗੁਰੂ, ਕਿੰਨੇ ਸਵਈਏ ਪੜ੍ਹੇ ਜਾਂਦੇ ਨੇ। ਤੇ ਆਮ ਗੁਰੂ ਘਰਾਂ 'ਚ ਇਕੱਲਾ ਹੀ ਗ੍ਰੰਥੀ ਸਿਰ 'ਤੇ ਚੁੱਕਿਆ, ਮਹਾਰਾਜ ਆਪ ਹੀ ਚੌਰ, ਸੇਵਾਦਾਰ ਨੇ ਵੀ ਨਹੀਂ ਹੋਣਾ। ਕਈਆਂ ਨੂੰ ਮੈਂ ਬੇਨਤੀ ਕੀਤੀ ਹੈ, ਮੈਂ ਕਿਹਾ ਵੀ ਇੰਝ ਨਹੀਂ ਹੋਣਾ ਚਾਹੀਦਾ, ਨਿਤਨੇਮ ਆਪਦਾ ਕਰ ਲਓ ਪਹਿਲਾਂ, ਜਦੋਂ ਸੰਗਤ ਆਉਂਦੀ ਪ੍ਰਕਾਸ਼ ਉਦੋਂ ਕਰੋ। ਜਦ ਕੋਈ ਹੈ ਹੀ ਨਹੀਂ, ਫਿਰ ਪ੍ਰਕਾਸ਼ ਦਾ ਫਾਇਦਾ ਕੀ ਹੋਇਆ, ਵੇਖਣ ਵਾਲਾ ਤਾਂ ਹੋਵੇ। ਇਹਦੇ ਨੂੰ ਨਾਨਕਸਰੀਏ ਚੰਗੇ ਨੇ, ਉਹਨਾਂ ਚਿਰ ਪ੍ਰਕਾਸ਼ ਰੱਖਦੇ ਜਿੰਨਾ ਚਿਰ ਗੁਰਦੁਆਰਾ ਚੱਲਦਾ। ਜਦੋਂ ਸੰਗਤਾਂ ਚਲੀਆਂ ਗਈਆਂ, ਉਹਨਾਂ ਮਹਾਰਾਜ ਸੁੱਖ ਆਸਣ ਕਰਕੇ ਉੱਤੇ ਬਸਤਰ ਪਾ ਕੇ ਬੂਹਾ ਬੰਦ ਕਰ ਦੇਣਾ, ਪ੍ਰਸ਼ਾਦ ਲਓ, ਲੰਗਰ ਖਾਓ, ਆਪਦੇ ਘਰ ਨੂੰ ਜਾਓ। ਮਹਾਰਾਜ ਮਿਲੂਗਾ ਸ਼ਾਮ ਦੇ 4 ਵਜੇ ਜਦੋਂ ਕੀਰਤਨ ਸ਼ੁਰੂ ਹੋਊਗਾ। ਜੇ ਸਾਡਾ ਟਾਈਮ ਹੈ, ਦਫ਼ਤਰਾਂ ਦਾ ਟਾਈਮ ਨਹੀਂ ਹੁੰਦਾ, ਇੰਨੇ ਤੋਂ ਇੰਨੇ, ਲੰਗਰ ਦਾ ਵੀ ਟਾਈਮ ਹੈ, ਸੇਵਾਦਾਰ ਵੀ ਕਹਿੰਦੇ ਵੀ ਜਾਓ ਸਤਿਨਾਮ ਵਾਹਿਗੁਰੂ, ਹੁਣ ਲੰਗਰ ਬੰਦ ਹੈ। ਅਤੇ ਮਹਾਰਾਜ ਨੂੰ ਅਸਾਂ ਕੀ ਸਮਝਿਆ ਹੈ, ਬੇਅਦਬੀ ਕਿਉਂ ਹੋ ਰਹੀ ਹੈ? ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ। ਵਿਹਲੇ ਬੈਠ ਕੇ ਇਹ ਪੰਕਤੀ ਦੇ ਜੇ ਤੁਸੀਂ ਮੇਰੇ ਕੋਲੋਂ ਅਰਥ ਸੁਣੋ, ਕਿਤਾਬ 'ਚ ਭਾਵੇਂ ਨਹੀਂ ਲਿਖੇ, ਪਰ ਮੇਰੇ ਅਰਥ ਇਹ ਨੇ, ਹਾਂਜੀ ਪਿਆਰ ਨਾਲ ਸੁਣੋ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਰ ਦੇ ਉੱਪਰ ਪ੍ਰਕਾਸ਼ ਕਰਨ ਵਾਸਤੇ ਮਹਾਰਾਜ ਦਾ ਸਰੂਪ ਲੈਣਾ, ਅਤੇ ਸੁੱਖ ਆਸਣ ਵਕਤ ਸੁੱਖ ਆਸਣ ਦੇ ਰੂਮ 'ਚ ਲੈ ਕੇ ਜਾਣਾ। ਸਾਡੇ ਘਰ ਮਹਾਰਾਜ ਦਾ ਪ੍ਰਕਾਸ਼ ਹੋਣਾ, ਆਪਦੇ ਸੀਸ 'ਤੇ ਬਿਰਾਜਮਾਨ ਕਰਨਾ ਨੰਗੇ ਚਰਨੀ, ਅਤੇ ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ, ਤਤਪਰ ਰਹਿਣਾ, ਮਨ 'ਚ ਸ਼ੌਂਕ ਰਹਿਣਾ ਕਿ ਅਸੀਂ ਮਹਾਰਾਜ ਦਾ ਸਰੂਪ ਸੀਸ 'ਤੇ ਬਿਰਾਜਮਾਨ ਕਰੀਏ, ਜਿਹਦੇ ਸਿਰ ਦੇ ਉੱਪਰ ਹੇ ਮੇਰੇ ਮਾਲਕਾ ਤੂੰ ਬਿਰਾਜਮਾਨ ਹੈ। ਸੋ ਦੁੱਖ ਕੈਸਾ ਪਾਵੈ, ਉਹ ਕਦੀ ਦੁਖੀ ਨਹੀਂ ਜੇ ਹੋ ਸਕਦਾ, ਉਹ ਕਿਵੇਂ ਦੁੱਖ ਪਾਊਗਾ, ਉਹ ਹਮੇਸ਼ਾ ਹੀ ਸੁਖੀ ਰਹੇਗਾ। ਇਸ ਵਾਸਤੇ ਜਿਹਨੇ ਆਪਦੇ ਬੱਚਿਆਂ ਨੂੰ ਸੁਖੀ ਰੱਖਣਾ ਹੈ, ਆਪ ਸੁਖੀ ਰਹਿਣਾ ਹੈ, ਉਹ ਮਹਾਰਾਜ ਦੇ ਪ੍ਰਕਾਸ਼ ਵਿੱਚ ਜੇ ਸਮਾਂ ਮਿਲੇ ਅਤੇ ਗੁਰੂ ਸਾਹਿਬ ਦੇ ਸੁੱਖ ਆਸਣ ਵਿੱਚ ਜ਼ਰੂਰ ਹਾਜ਼ਰੀ ਭਰਨ। ਗੁਰੂ ਸਾਹਿਬ ਦੀ ਕਿਰਪਾ ਸਾਡੇ ਘਰ ਵਰਤੇਗੀ। ਗੁਰੂ ਮਹਾਰਾਜ ਭੁੱਲਾਂ ਚੁੱਕਾਂ ਮਾਫ਼ ਕਰਨ ਜੀ। ਕਥਾ ਦਾ ਮੇਰਾ ਸਮਾਂ ਬਿਲਕੁਲ ਓਵਰ ਹੋ ਚੁੱਕਾ ਹੈ। ਸ਼ਬਦ ਦਾ ਪਾਠ ਸਰਵਣ ਕਰੋ। ਬੋਲ ਨ ਜਾਣੈ ਮਾਇਆ ਮਦ ਮਾਤਾ, ਮਰਨ ਜੀਤ ਨ ਆਵੈ,
मेरे राम राये तू संतां का संत तेरे, तेरे सेवक को भौ किछ नाही, जम नहीं आवै नेरे। रहाओ जो तेरा रंग राते स्वामी, तिनका जन्म मरण दुख नासा। तेरी बख्शा ना मिटै कोई, सतगुर का दिलासा। नाम ध्याय न सुख फल पाए न, आठ पहर आराधा है। तेरी शरण तेरा परवासा, पंच दुष्ट लै साध है। ज्ञान ध्यान किस कर्म न जाना, सार न जाना तेरी। सब ते वड्डा सतगुर नानक, जिन कल राखी मेरी। वाहिगुरु जी का खालसा वाहिगुरु।